वाहिगुरु जी का खालसा वाहिगुरु जी की फतेह। दूरों नेड़ों चल करके सतगुरां दे पावन दरबार विच हाजरियां भरदे होए शाम दे दीवाना दा आप जी आनंद माण रहे हो। आओ जिन्ना भी समा प्राप्त हो रहा है गुरु प्रेम दे विच सफला बनाइए। गुर इतिहास जी दे पावन प्रसंगां विचों कल आप जी ने सरवण कीता सी। देवतियां दी पुकार सुन के ब्रह्मा जी मध्याचल पर्वत ते चल के आए। जिस थां ते हिरण्यकश्यप ने घोर तप कीता आसे पासे सप्पां दी वर्मी बन गई। जंगल बेला घाह ऊपर पैदा हो गए। मिज मास खून कीड़ियां ने चख लिया। किते भी नजर नहीं आउंदा कोई मनुख कोई दैंत इत्थे भगती करदा है। बरमी दियां खुड्डां दे विच जदों ब्रह्मा जी ने झात मारी वेखिया प्रकाश निकलदा है। जल दा छिट्टा मार के सुरत जगाई। आवाज मारी पुत्र तेरा तप पूरा होया अज जो मंगेगा सो दिया। उस पहाड़ नूं पाड़ के एक अग पैदा हुई। उस अग दे विचों हिरण्यकश्यप ने उठ के नमस्कार कीती ते ब्रह्मा दे प्यार विच भेज के उहदी उस्तत कर रहा है। इन्हां सारे प्रकरणां दा आप जी ने आनंद माणिया। आओ कुछ समा मन चित बिरतियां नूं एकाग्र चित बनाइए। प्रेम दी पाओ सांझ आसीस बख्शो गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। प्राण बुद्ध मन बोहर की कं सबके प्रेरक हो बिदनीकं। जिस वेले ब्रह्मा जी ने हिरण्यकश्यप नूं प्रगट कीता एक छल कपट करके ओदी भगती नूं सिरे नहीं चढ़न दिता। मोह दी तंग पा के आखिया पुत्र मंग मेरे तो की मंगदा है। एक छलावे दे विच हिरण्यकश्यप नूं बन लिया। प्रहलाद जी ये सारी कथा धन गुरु नानक साहब सच्चे पातशाह भाई बाला जी ते मरदाना जी नूं सुना रहे। जदों ब्रह्मा जी ने आखिया भी जो तुसी मंगोगे तिन्ने कालां दे विचों सो ही मिलेगा। हिरण्यकश्यप ने ब्रह्मा नूं अपना पिता मन्निया। भगती दा पिता भगती दा गुरु
ਤੇ ਭਗਤੀ ਦੇ ਮਾਪੇ ਵੀ ਹੁੰਦੇ ਆ। ਆਖਰਕਾਰ ਬ੍ਰਹਮਾ ਜੀ ਦੇ ਸਨਮੁਖੀ ਉਸਤਤ ਕਰਦੇ ਨੇ, ਇਹ ਜੱਗ ਨੂੰ ਪੈਦਾ ਕਰਨ ਵਾਲਿਆ, ਸ੍ਰਿਸ਼ਟੀ ਨੂੰ ਰਚਣ ਵਾਲਿਆ ਬ੍ਰਹਮਾ, ਤੇਰਾ ਅੰਤ ਕੋਈ ਨਹੀਂ, ਤੂੰ ਬੇਅੰਤ ਹੈ। ਦਸੇ ਦਿਸ਼ਾਵਾਂ ਤੇਰੇ ਪਿਆਰ ਵਿੱਚ ਭਿੱਜੀਆਂ ਤੇਰੀ ਉਸਤਤ ਕਰਦੀਆਂ ਨੇ। ਅੱਜ ਮੈਂ ਵੀ ਤੈਨੂੰ ਬੰਦਨਾ ਕਰਦਾ, ਜੇ ਤੂੰ ਇਸ ਦੁਨੀਆ ਨੂੰ ਨਾ ਬਣਾਵੇਂ ਤੇ ਦੁਨੀਆ ਸਜੇ ਕਦੇ। ਅਕਾਲ ਪੁਰਖ ਦੀ ਇੱਕ ਸ਼ਕਤੀ ਹੈ, ਇੱਕ ਮਾਇਆ ਹੈ ਬ੍ਰਹਮਾ, ਪਰ ਬ੍ਰਹਮਾ ਹੀ ਸਭ ਕੁਝ ਨਹੀਂ ਹੈ। ਉਸ ਪਰਮੇਸ਼ਵਰ ਵਾਹਿਗੁਰੂ ਨੇ ਕਰੋੜਾਂ ਬ੍ਰਹਮੇ ਸਾਜੇ ਨੇ ਦੁਨੀਆ ਨੂੰ ਬਣਾਉਣ ਵਾਲੇ, ਦੁਨੀਆ ਕੋਈ ਇੱਕ ਵੀ ਨਹੀਂ। ਅਰਬਾਂ ਖਰਬਾਂ ਗਿਣਤੀ ਤੋਂ ਬਾਹਰ ਸ੍ਰਿਸ਼ਟੀਆਂ ਨੇ, ਹਰ ਸ੍ਰਿਸ਼ਟੀ ਦਾ ਇੱਕ ਬ੍ਰਹਮਾ ਹੁੰਦਾ ਹੈ। ਅੱਜ ਪਿਆਰ ਵਿੱਚ ਭਿੱਜ ਕੇ ਹਿਰਨਕਸ਼ਪ ਬ੍ਰਹਮਾ ਦੀ ਉਸਤਤ ਗਾਉਂਦਾ ਏ। ਗੁਣ ਅਗਾਧ ਜਗ ਪਾਲਕ ਰੂਪਾ, ਵੇਦ ਰੂਪ ਤੁਮ ਧਰ ਅਨੂਪਾ। ਹੇ ਬ੍ਰਹਮਾ ਜੀ, ਤੁਸੀਂ ਗੁਣਾਂ ਦੇ ਸਾਗਰ ਹੋ, ਵੇਦਾਂ ਨੂੰ ਰਚਣ ਵਾਲੇ ਹੋ। ਆ ਚਾਰ ਦੇ ਚਾਰ ਵੇਦ ਬ੍ਰਹਮਾ ਜੀ ਨੇ ਜ਼ੁਬਾਨੀ ਉਚਾਰਨ ਕੀਤੇ ਹੋਏ ਆ। ਕੋਈ ਸਮਾਂ ਸੀ ਹਿਰਨਕਸ਼ਪ ਕਹਿੰਦਾ ਸੀ ਧਰਤੀ ਤੇ ਵੇਦ ਨਹੀਂ ਰਹਿਣ ਦੇਣਾ, ਧਰਮ ਨਹੀਂ ਰਹਿਣ ਦੇਣਾ, ਸੱਚ ਨਹੀਂ ਰਹਿਣ ਦੇਣਾ, ਧਰਮੀ ਲੋਕ ਨਹੀਂ ਰਹਿਣ ਦੇਣੇ। ਪਰ ਅੱਜ ਬ੍ਰਹਮਾ ਜੀ ਨੇ ਉਹਨੂੰ ਆਪਣੇ ਛਲਾਵੇ 'ਚ ਲਿਆ। ਉਹ ਭਾਵੇਂ ਦੇਵਤਿਆਂ ਦੇ ਵਿਰੁੱਧ ਹੈ, ਪਰ ਵੇਦਾਂ ਦੇ ਵਿਰੁੱਧ ਨਹੀਂ ਹੋਇਆ। ਆਪਸ਼ਨ ਦਿੱਤੇ, ਤੁਸੀਂ ਵੇਦਾਂ ਦੇ ਰਚਨਹਾਰ ਹੋ, ਸ੍ਰਿਸ਼ਟੀ ਦੇ ਕਰਤਾ ਹੋ। ਹੋਤਾ ਹੈ ਵਕਰ ਜਗ ਕਰੰਤੇ, ਨਿਰਵਿਕਾਰ ਸਰਵਗ ਅਨੰਤੇ। ਹੇ ਸਰਵਗ ਦੇ ਗਿਆਤਾ, ਤੁਸੀਂ ਨਿਰਵਿਕਾਰ ਹੋ, ਤੁਹਾਡੇ 'ਚ ਵਿਕਾਰ ਕੋਈ ਨਹੀਂ। ਇਹ ਉਸਤਤ ਜਦੋਂ ਕੀਤੀ ਨਾ, ਤੇ ਬ੍ਰਹਮਾ ਬੜੇ ਪ੍ਰਸੰਨ ਹੋ ਕੇ ਆਖਣ ਲਗੇ, ਆਇਆ ਸ਼ਿਮਾਨ ਭਵ, ਪੁੱਤਰਾ ਖੁਸ਼ਾਂ ਤੇਰੇ ਤੇ। ਪਰ ਹਿਰਨਕਸ਼ਪ ਉਸਤਤ ਕਰਨ ਤੋਂ ਹਟਦਾ ਹੀ ਨਹੀਂ, ਬਾਰ-ਬਾਰ ਗੀਤ ਗਾਉਂਦਾ। ਕਿਉਂ? ਇਹਨੂੰ ਖੁਸ਼ ਕਰਕੇ ਮੈਂ ਕੁਝ ਲੈ ਲਾਂ। ਇਹਨੂੰ ਕਹਿੰਦੇ ਚਾਪਲੂਸੀ। ਸਮਾਜ ਵਿੱਚ, ਰਾਜਨੀਤੀ ਦੇ ਵਿੱਚ ਤੁਹਾਨੂੰ ਬੜੇ ਚਾਪਲੂਸ ਤੇ ਚਮਚੇ ਮਿਲ ਜਾਣਗੇ। ਧਰਮ ਦੀ ਦੁਨੀਆ ਦੇ ਵਿੱਚ ਤੁਹਾਨੂੰ ਬੜੀਆਂ ਕੜਛੀਆਂ ਤੇ ਚਮਚੇ ਮਿਲਣਗੇ। ਹਰ ਪਾਸੇ ਹੀ ਕੁਝ ਚਾਪਲੂਸ ਘਟ ਜਾਂਦੇ ਆ ਤੇ ਕੁਝ ਆਪਣਾ ਵੀ ਗਵਾ ਲੈਂਦੇ ਆ। ਹੁਣ ਇੱਕ ਚਾਪਲੂਸੀ ਸੀ, ਮਿਲਣ ਕਿਹਨੂੰ ਚੱਲਿਆ ਸੀ? ਚਾਲੇ ਤੇ ਹਰ ਮਿਲਣ ਕੋ ਬੀਚੇ ਅਟਕਿਓ ਜੀਤ, ਇਹਨੂੰ ਕਹਿੰਦੇ ਆ। ਹਿਰਨਕਸ਼ਪ ਚੱਲਿਆ ਸੀ ਰੱਬ ਨੂੰ ਮਿਲਣ ਵਾਸਤੇ, ਪਰ ਚਿੱਤ ਵਿੱਚ ਵਿਚਾਲੇ ਬ੍ਰਹਮਾ ਨੇ ਮਾਇਆ ਪ੍ਰੇਰ ਕੇ ਅਟਕਾ ਲਿਆ ਵੀ ਜੇ ਇਹਦੀ ਭਗਤੀ ਪੂਰੀ ਹੋ ਗਈ, ਇਹਨੇ ਤਾਂ ਨਹੀਂ ਛੱਡਣਾ ਕਿਸੇ, ਸਾਰੀ ਲਪੇਟ ਦੇਣੇ ਆ। ਇਸ ਕਰਕੇ ਉਹਨੇ ਆਪਣੀ ਮਾਇਆ ਇੰਨੀ ਪਸਾਰ ਦਿੱਤੀ ਹੈ। ਹਿਰਨਕਸ਼ਪ ਨੂੰ ਸਿਫਤ ਕਰ ਕਰਕੇ ਇੰਨਾ ਕੁ ਕਰਦਾ ਵੀ ਉਹ ਹੁਣ ਉਹਦਾ ਪ੍ਰਗਟਾਵਾ ਕਰਦਾ ਹੈ। ਤੁਸੀਂ ਮੈਨੂੰ ਮੀਆਂ ਕਹੋ ਤੇ ਮੈਂ ਤੁਹਾਨੂੰ ਕਾਜੀ ਕਹਿ ਦਿਆਂ, ਤੁਸੀਂ ਮੈਨੂੰ ਭਾਈ ਸਾਹਿਬ ਜੀ ਆਖੋ ਮੈਂ ਤੁਹਾਨੂੰ ਵੀਰ ਜੀ ਕਹਿ ਦਿਆਂ। ਇਹ ਚੱਲਦਾ ਹੈ। ਕਿਤੇ ਬ੍ਰਹਮਾ ਨੇ ਉਹਦੀ ਉਸਤਤ ਕੀਤੀ ਵੀ ਹਿਰਨਕਸ਼ਪ ਤੇਰੇ ਵਰਗਾ ਤਪ, ਤੇਰੇ ਜਹੀ ਤਪੱਸਿਆ ਦੁਨੀਆ ਤੇ ਕੋਈ ਨਹੀਂ ਕਰ ਸਕਦਾ। ਅਗੋ ਕਹਿੰਦਾ ਬ੍ਰਹਮਾ ਜੀ, ਜਿਹੜੀ ਡਿਊਟੀ ਤੇਰੀ ਹੈ, ਜੋ ਤੁਸੀਂ ਕਰ ਸਕਦੇ ਹੋ, ਕੋਈ ਹੋਰ ਨਹੀਂ ਕਰ ਸਕਦਾ। ਸ਼੍ਰੀ ਪ੍ਰਭ ਸਭ ਜਗ ਅੰਤਰ ਜਾਮੀ, ਤਬ ਪਦ ਕੰਜਨ ਮਾਮਨ ਮਾਮੀ। ਹੇ ਕਮਲ ਦੇ ਫੁੱਲ ਵਿੱਚ ਬੈਠਣ ਵਾਲਿਆ, ਤੇਰੇ ਚਰਨਾਂ ਤੇ ਬਾਰ-ਬਾਰ ਬੰਦਨਾ। ਤੇ ਸਵਰਗਾਂ ਦੇ ਦੇਵਤੇ ਵੇਖ ਰਹੇ ਸੀ, ਖੁਸ਼ ਹੋ ਗਏ। ਕਹਿੰਦੇ ਆ ਵੱਡੀ ਆਫਤ ਸੀ, ਬ੍ਰਹਮੇ ਨੇ ਕੀਲ ਕੇ ਪਟਾਰੀ 'ਚ ਪਾ ਲਈ। ਇਹੀ ਕਹਿੰਦਾ ਸੀ ਵੀ ਮੈਂ ਬਖਸ਼ਣਾ ਹੀ ਕਿਸੇ ਨੂੰ ਨਹੀਂ, ਮੈਂ ਵਿਸ਼ਨੂੰ ਨੂੰ ਮਾਰਨਾ ਹੈ ਜਿਹਨੇ ਮੇਰੇ ਭਰਾ ਨੂੰ ਮਾਰਿਆ, ਮੈਂ ਕੋਈ ਦੇਵੀ ਦੇਵਤਾ ਛੱਡਣਾ ਹੀ ਨਹੀਂ। ਤੇ ਅੱਜ ਉਹੀ ਦੁਸ਼ਮਣ ਕਹਾਉਣ ਵਾਲਾ ਉਸਤਤ ਕਰਦਾ ਹੈ ਬ੍ਰਹਮਾ ਜੀ ਦੀ। ਕਹਿੰਦਾ ਤੇਰੇ ਵਰਗਾ ਮੈਨੂੰ ਹੋਰ ਦਿਸਿਆ ਕੋਈ ਨਹੀਂ, ਤੂੰ ਅੰਤਾਂ ਦਾ ਪਰਉਪਕਾਰੀ ਹੈ। ਬ੍ਰਹਮ ਰੂਪ ਸਭ ਘਟ ਕੇ ਵਾਸੇ, ਸਗਲਨ ਜਨਤਾ ਹਰਿ ਅਵਨਾਸੀ। ਤੂੰ ਬ੍ਰਹਮਾ ਹੈ, ਬ੍ਰਹਮ ਸਰੂਪ ਹੈ, ਘਟ ਵਿੱਚ ਵਸਣ ਵਾਲਾ ਹੈ।
ਆਪਣੀ ਸਿਫਤ ਕਿਹਨੂੰ ਚੰਗੀ ਨਹੀਂ ਲੱਗਦੀ? ਇੱਕ ਨਾਮ ਜਪਣ ਵਾਲੀਆਂ ਰੂਹਾਂ ਨੂੰ ਛੱਡ ਕੇ ਹਰ ਮਨੁੱਖ ਨੂੰ, ਹਰ ਸ਼ਖਸ ਨੂੰ ਆਪਣੀ ਸਿਫਤ ਦਾ ਬੁਖਾਰ ਚੜਿਆ ਹੈ। ਮੈਨੂੰ ਕੋਈ ਚੰਗਾ ਕਹੇ, ਮੈਨੂੰ ਕੋਈ ਪਿਆਰਾ ਕਹੇ, ਮੈਨੂੰ ਕੋਈ ਸਿਆਣਾ ਕਹੇ, ਮੈਨੂੰ ਕੋਈ ਵਧੀਆ ਆਖੇ, ਭਾਵੇਂ ਅਕਲ ਧੇਲੇ ਦੀ ਨਾ ਹੋਵੇ ਤੇ ਬੰਦਾ ਕਹਿੰਦਾ ਮੇਰੇ ਵਰਗਾ ਸਮਝਦਾਰ ਕੋਈ, ਇੱਕ ਭਰਮ ਹੈ। ਤੇ ਹੁਣ ਬ੍ਰਹਮਾ ਸ੍ਰਿਸ਼ਟੀ ਰਚਦਾ ਹੈ, ਐਡੀ ਵੱਡੀ ਜ਼ਿੰਮੇਵਾਰੀ ਹੈ। ਜੇ ਉਹ ਸਿਆਣਾ ਹੈ, ਜੇ ਉਹ ਚਲਾਕ ਹੈ, ਉਹਨੇ ਤਾਂ ਹੀ ਐਡਾ ਦੈਂਤ ਕਾਬੂ ਕਰ ਲਿਆ। ਹੁਣ ਜੇ ਹਿਰਣਕਸ਼ਿਪ ਦੀ ਚਲਾਕੀ ਵੇਖੀਏ, ਉਹਨੇ ਭਗਤੀ ਤਾਂ ਕੀਤੀ ਹੈ, ਕਹਿੰਦਾ ਮੈਂ ਦੇਵਤਾ ਛੱਡਣਾ ਹੀ ਕੋਈ ਨਹੀਂ। ਤੁਸੀਂ ਇਹ ਵੇਖੋ ਵੀ ਇੱਕ ਸ਼ਾਤਰ ਬੰਦੇ ਨੂੰ ਨੱਥ ਪਾਉਣ ਵਾਲਾ ਕਿੰਨਾ ਸ਼ਾਤਰ ਹੋਏਗਾ। ਆਖੋ ਸਤਿਨਾਮ। ਕਿਸੇ ਚਲਾਕ ਦੀ ਚਲਾਕੀ ਤੁਸੀਂ ਫੜੋ, ਤੁਸੀਂ ਕਿਸੇ ਚਲਾਕ ਬੰਦੇ ਨੂੰ ਫੜ ਲਿਆ, ਉਹਦੀ ਚਲਾਕੀ ਫੜ ਲਈ ਤੇ ਉਹ ਤੁਹਾਡੇ ਤੋਂ ਛਪਾਉਂਦਾ ਹੈ, ਉਹ ਤੁਹਾਡਾ ਵਿਰੋਧ ਕਰੇਗਾ, ਮਾੜਾ ਬੋਲੇਗਾ, ਲੜਾਈ ਕਰੇਗਾ, ਨੀਚਾ ਵਿਖਾਏਗਾ ਵੀ ਮੇਰੇ ਵਿਰੁੱਧ ਨਾ ਬੋਲੇ। ਪਰ ਉਹ ਫੜਨ ਵਾਲਾ ਕਿੰਨਾ ਚਲਾਕ ਹੈ, ਜਿਹਨੇ ਇੱਕ ਚਲਾਕ ਦੀ ਨਬਜ਼ ਫੜ ਲਈ, ਦੱਸ ਦਿੱਤਾ ਤੂੰ ਆਹ ਕੀਤਾ ਸੀ, ਅੱਜ ਤੂੰ ਇੱਥੇ ਬੈਠਾ ਸੀ, ਤੂੰ ਇਦਾਂ ਕਰਦਾ ਸੀ। ਚਲਾਕ ਹੈ ਨਾ। ਹੁਣ ਜੇ ਹਿਰਣਕਸ਼ਿਪ ਆਪਣੇ ਆਪ ਨੂੰ ਚਲਾਕ ਸਮਝਦਾ ਤੇ ਉਹਦੀ ਨਬਜ਼ ਕਿਹਨੇ ਫੜ ਲਈ? ਬ੍ਰਹਮੇ ਨੇ। ਬ੍ਰਹਮਾ ਦੀ ਕੋਲ ਬੈਠੇ ਆ, ਸਿਰ ਤੇ ਹੱਥ ਰੱਖ ਦਿੰਦੇ ਆ 2 ਮਿੰਟ ਬਾਅਦ ਵੀ ਕਿਤੇ ਇਹਨੂੰ ਕੋਈ ਦੇਵਤਾ ਚੇਤੇ ਨਾ ਆਵੇ, ਵਿਸ਼ਨੂੰ ਨਾ ਯਾਦ ਆਵੇ, ਛੇਤੀ ਛੇਤੀ ਭੜੋ ਕੇ ਇਹਨੂੰ ਕੁਝ ਐਸੇ ਵਰ ਦੇ ਦਿਆਂ ਇਹ ਬੰਧਨ ਤੇ ਮਾਇਆ ਵਿੱਚ ਬੱਧਿਆ ਜਾਵੇ। ਆਵੇ ਸਵਰਜ ਕੋ ਪਾਏ ਨਾ ਅੰਤ, ਨਮਸਕਾਰ ਪੁਨ ਪੁਨ ਭਗਵੰਤ। ਜਦੋਂ ਬਾਰ-ਬਾਰ ਨਮਸਕਾਰ 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 ਹਿਰਣਕਸ਼ਿਪ ਆਖੇ ਤੇ ਬ੍ਰਹਮਾ ਜੀ ਕਹਿੰਦੇ ਜੋ ਅੱਜ ਤੇਰੇ ਚਿੱਤ ਵਿੱਚ ਹੈ ਮੈਂ ਤੈਨੂੰ ਉਹੀ ਦੇ ਦੇਣਾ, ਅਜੇ ਦੇਣਾ ਦੂਣਾ ਕੁਝ ਨਹੀਂ ਆ। ਸਾਡੇ ਚੰਨੀ ਵਾਂਗੂ ਰੌਲਾ ਹੀ ਹੈ, ਐਲਾਨ ਮੰਤਰੀ ਉਹੀ ਕੁਛ ਹੈ ਵੀ ਜੋ ਮੰਗੇਗਾ ਦਿਆਂਗਾ, ਸਭ ਜਵਾਗ। ਕਹਿੰਦੇ ਉਹਦੇ 'ਚ ਹੀ ਬਾਰ-ਬਾਰ ਨਮਸਕਾਰਾਂ ਕਰੀ ਜਾਂਦਾ, ਮੱਥੇ ਟੇਕੀ ਜਾਂਦਾ, ਪੂਜਾ ਕਰੀ ਜਾਂਦਾ। ਬ੍ਰਹਮਾ ਜੀ ਨੇ ਵੇਖ ਲਿਆ ਵੀ ਇਹ ਹੁਣ ਬਿਲਕੁਲ ਠਿਕਾਣੇ ਤੇ ਆ ਗਿਆ, ਹੁਣ ਇਹਦੇ ਅੰਦਰ ਵੈਰ ਨਹੀਂ ਕੋਈ, ਵਿਰੋਧ ਨਹੀਂ ਕੋਈ, ਇਹ ਹੁਣ ਕਿਸੇ ਦੇਵਤੇ ਬਾਰੇ ਨਹੀਂ ਕੁਝ ਬੋਲੂਗਾ। ਉੱਠ ਪਏ ਬ੍ਰਹਮਾ ਜੀ। ਹਿਰਣਕਸ਼ਿਪ ਦੀਆਂ 3 ਪ੍ਰਕਰਮਾਂ ਕੀਤੀਆਂ। ਉਹ ਕੀ ਸੀ? ਰਜਗੁਣ, ਤਮਗੁਣ, ਸਤਗੁਣ, ਤਿੰਨੇ ਤਰ੍ਹਾਂ ਦੀ ਮਾਇਆ ਦਾ ਜਾਲ ਪਾਤਾ। ਸਤਿਨਾਮ। ਮੱਥਾ ਟੇਕਦਾ ਤੇ ਹਿਰਣਕਸ਼ਿਪ ਇੰਨੇ ਕੀ ਖੁਸ਼ ਵੀ ਮੈਨੂੰ ਤੇ ਦੁਨੀਆ ਬਣਾਉਣ ਵਾਲਾ ਮੱਥਾ ਟੇਕਦਾ, ਮੈਨੂੰ ਤੇ ਬ੍ਰਹਮਾ ਨੇ ਨਮਸਕਾਰ ਕੀਤੀ ਹੈ। ਜੇ ਬਰ ਦੀਨ ਭਏ ਅਨਕੂਲਾ, ਜੋ ਜਾਚੋਂ ਦੀਜੈ ਜਗ ਮੂਲਾ। ਤੇ ਫੇਰ ਹਿਰਣਕਸ਼ਿਪ ਬੋਲੇ, ਜਿਹਨੂੰ ਆਪਾਂ ਹਰਣਾਕਸ਼ ਕਹਿੰਦੇ ਆ, ਕਹਿੰਦੇ ਹੇ ਪਿਤਾ ਤੂੰ ਮੈਨੂੰ ਅਧਿਕਾਰੀ ਜਾਣ ਕੇ ਕੁਝ ਦੇਣ ਆਇਆ, ਪਰ ਦਈ ਉਹ ਜੋ ਮੈਂ ਮੰਗਾ, ਜੋ ਮੇਰੀ ਇੱਛਾ ਹੋਵੇ। ਇਹ ਥੋੜਾ ਵੀ ਮੈਨੂੰ ਜਿਹੜੀ ਚੀਜ਼ ਦੀ ਜ਼ਰੂਰਤ ਨਾ ਹੋਵੇ ਤੂੰ ਆਖੇ ਆ ਵੀ ਰੱਖ ਲਾ, ਆ ਵੀ ਲੈ ਲਾ। ਜੋ ਮੈਨੂੰ ਚਾਹੀਦਾ ਹੈ ਉਹੀ ਚਾਹੀਦਾ, ਮੈਂ ਕੁਝ ਹੋਰ ਨਹੀਂ ਮੰਗਣਾ। ਪਰ ਬ੍ਰਹਮਾ ਜੀ ਕਹਿੰਦੇ ਜੋ ਮੇਰੀ ਸ੍ਰਿਸ਼ਟੀ ਵਿੱਚ ਹੋਏਗਾ ਮੈਂ ਉਹੀ ਦੇ ਸਕਦਾ ਨਾ, ਮੇਰੀ ਦੁਨੀਆ ਤੋਂ ਬਾਹਰ ਕੁਝ ਮੰਗੇ ਮੈਂ ਕਿੱਥੋਂ ਲਿਆ ਦੇ। ਪਰ ਪਤਾ ਸੀ ਉਹਨੂੰ, ਹਿਰਣਕਸ਼ਿਪ ਨੂੰ, ਉਹ ਵੀ ਚਲਾਕ ਹੈ ਵੀ ਆਹ ਜਿੰਨੀ ਦੁਨੀਆ ਸ੍ਰਿਸ਼ਟੀ ਰਚੀ ਆ, ਰਚੀ ਬ੍ਰਹਮੇ ਨੇ ਹੈ। ਦੇਵੀ ਦੇਵਤੇ ਕਿਹੜਾ ਬਾਹਰ ਨੇ? ਆਖੋ ਸਤਿਨਾਮ। ਆਹੀ ਮੁੰਡਾ ਦੇਖੋ, ਦੋਨੇ ਪਾਸੇ ਚਲਾਕੀਆਂ ਚੱਲਦੀਆਂ, ਚਲਾਕੀਆਂ ਦੇ ਡੇਰੇ ਆ। ਬ੍ਰਹਮਾ ਜੀ ਕਹਿੰਦੇ ਅਵਸ਼ ਉਹ ਹੀ ਮਿਲੇਗਾ ਜੋ ਮੇਰੀ ਸ੍ਰਿਸ਼ਟੀ ਵਿੱਚ ਹੋਏਗਾ, ਪੁੱਤਰਾ ਮੰਗ। ਅੱਗੋਂ ਹਿਰਣਕਸ਼ਿਪ ਕਹਿੰਦਾ ਤੈਥੋਂ ਦਿੱਤਾ ਨਹੀਂ ਜਾਣਾ, ਜੋ ਜੋ ਮੈਂ ਮੰਗਣਾ ਤੁਸੀਂ ਫਿਰ ਇਨਕਾਰ ਕਰਨਾ ਏ। ਜਹ ਲਗ ਤਵ ਰਚਨਾ ਹੈ ਸਾਰੀ, ਕੇ ਥਾ ਮ੍ਰਿਤ ਨਾ ਹੋਏ ਹਮਾਰੀ। ਬਿਨਾਂ ਸੋਚੇ ਸਮਝੇ ਬ੍ਰਹਮਾ ਜੀ ਇਹ ਸੋਚ ਰਹੇ ਆ ਵੀ ਜੇ ਇਹ ਥੋੜਾ ਜਿਹਾ ਵੀ ਮੇਰੀ ਗੱਲ ਤੋਂ ਬਾਹਰ ਪਲਟ ਗਿਆ ਨਾ, ਮੈਨੂੰ ਜਵਾਬ ਨਹੀਂ ਦੇਣਾ ਪੈਣਾ, ਇਹਨੇ ਰੱਬ ਕੋਲ ਚਲਿਆ ਜਾਣਾ ਸਿੱਧਾ, ਉੱਥੇ ਮੇਰੀ ਪਹੁੰਚ ਗਈ। ਬ੍ਰਹਮਾ ਜੀ ਨੇ ਕਹਿੰਦਾ ਹਾਂ ਕਰਤੀ। ਕਹਿੰਦੇ ਠੀਕ ਆ ਜੋ ਮੰਗੇਗਾ। ਕਹਿੰਦਾ ਠੀਕ ਹੈ ਜੀ, ਫਿਰ ਜਿੱਥੇ ਤੱਕ ਤੁਹਾਡੀ ਸ੍ਰਿਸ਼ਟੀ ਦੀ ਉਤਪਤੀ ਹੈ 3 ਲੋਕਾਂ ਦਾ ਇੱਕ ਬ੍ਰਹਮਾ ਹੁੰਦਾ ਹੈ, ਸਵਰਗ ਲੋਕ, ਮਾਤ ਲੋਕ, ਪਤਾਲ ਲੋਕ। ਵੀ ਜਿੱਥੇ ਤੱਕ ਤੇਰੀ ਬਣਾਈ ਸ੍ਰਿਸ਼ਟੀ ਹੈ, ਕਹਿੰਦੇ ਹਾਂ, ਕਹਿੰਦੇ ਉੱਥੇ ਤੱਕ ਮੇਰੀ ਮੌਤ ਨਹੀਂ ਹੋਣੀ। ਆਖੋ ਸਤਿਨਾਮ। ਦੇ ਪਰ ਬ੍ਰਹਮਾ ਜੀ ਕਹਿੰਦੇ ਤਥਾਸਤੂ। ਬਿਨਾਂ ਸੋਚੇ ਸਮਝੇ ਫੈਸਲਾ।
ਪਰ ਉਹ ਸਿਆਣੇ ਕੱਢੇ ਆ, ਕੁਝ ਸੋਚਿਆ ਸੀ ਉਹਨਾਂ ਨੇ, ਜਾਣਦੇ ਉਹ ਵੀ ਨੇ। ਹੁਣ ਇਹ ਕਿੱਡਾ ਵੱਡਾ ਉਹਨੇ ਵਰ ਮੰਗ ਲਿਆ ਵੀ ਮੈਂ ਤੇਰੀ ਸ੍ਰਿਸ਼ਟੀ ਵਿੱਚ ਕਦੇ ਵੀ ਕਿਤੇ ਵੀ ਨਾ ਮਰਾਂ। ਇਹ ਤੇ ਦੇਵਤਿਆਂ ਦੀ ਨੀਂਦ ਉਡਾਉਣ ਵਾਲੀ ਗੱਲ ਸੀ। ਬ੍ਰਹਮਾ ਜੀ ਨੇ ਵਕਤ ਸੰਭਾਲਿਆ, ਕਹਿੰਦੇ ਠੀਕ ਹੈ, ਇਹ ਵੀ ਤੈਨੂੰ ਦਿੰਦਾ। ਕੀ ਮੰਗਿਆ ਉਹਨੇ? ਮੈਨੂੰ ਕੋਈ ਸਵਰਗ 'ਚ ਨਹੀਂ ਮਾਰ ਸਕਦਾ, ਮਾਤ ਲੋਕ ਇਸ ਧਰਤੀ ਤੇ ਨਹੀਂ ਮਾਰ ਸਕਦਾ, ਪਤਾਲ ਲੋਕ ਉੱਥੇ ਵੀ ਮੈਨੂੰ ਕੋਈ ਹੱਥ ਨਹੀਂ ਪਾ ਸਕਦਾ। ਆ ਮੌਤ ਮੇਰੇ ਨੇੜੇ ਆਵੇ ਨਾ। ਅੰਤਰ ਵਹਿਰ ਦਿਨ ਸਪੁਨ ਰਾਤੇ, ਅਨਕ ਭਾਂਤ ਕੀ ਸ਼ਸਤਰ ਨ ਜਾਤੇ। ਮੈਨੂੰ ਵਰ ਦਿਓ, ਮੈਂ ਨਾ ਦਿਨੇ ਮਰਾਂ ਨਾ ਰਾਤ ਮਰਾਂ, ਨਾ ਕਿਸੇ ਗੁਫਾ ਦੇ ਅੰਦਰ ਕਿਸੇ ਮਕਾਨ ਦੇ ਅੰਦਰ ਮਰਾਂ ਤੇ ਨਾ ਕਿਤੇ ਬਾਹਰ ਮਰਾਂ। ਇਹਦੇ ਬੜਾ ਕੰਮ ਔਖਾ ਕਰਦਾ ਜਾਂਦਾ। ਕੱਲ ਇੱਕ ਸ਼ਰਤ ਨਹੀਂ ਵੀ ਮੈਂ ਤੇਰੀ ਸ੍ਰਿਸ਼ਟੀ 'ਚ ਮਰਨਾ ਨਹੀਂ, ਉਹਨੇ ਆਪਸ਼ਨ ਵੀ ਰੱਖੇ ਨਾਲ, ਕਹਿੰਦਾ ਇਹ ਵੀ ਰੱਖਣਾ, ਮੈਂ ਕਿਸੇ ਮਹਿਲ ਦੇ ਅੰਦਰ ਨਾ ਮਰਾਂ, ਕਿਸੇ ਗੁਫਾ ਦੇ ਅੰਦਰ ਨਾ ਮਰਾਂ, ਕਿਸੇ ਧਰਤੀ ਦੇ ਅੰਦਰ ਨਾ ਮਰਾਂ, ਕਿਸੇ ਪਾਣੀ ਦੇ ਅੰਦਰ ਨਾ ਮਰਾਂ ਤੇ ਨਾ ਹੀ ਬਾਹਰ ਮਰਾਂ, ਨਾ ਧੁੱਪੇ ਮਰਾਂ ਨਾ ਮਰਾਂ ਛਾਵੇਂ, ਮੈਨੂੰ ਮਾਰੇ ਨਾ ਕੋਈ। ਸ਼ਸਤਰ ਦੁਨੀਆ ਤੇ ਜਿੰਨੇ ਪ੍ਰਕਾਰ ਦੇ ਸ਼ਸਤਰ ਨੇ, ਆਪਾਂ ਗਿਣਤੀ ਮੋਟੀ ਮੋਟੀ ਗਿਣ ਲਈਏ ਵੀ ਤਲਵਾਰ ਹੋ ਗਈ, ਭਾਲਾ ਹੋ ਗਈ, ਬੰਦੂਕ ਹੋ ਗਈ, ਬਰਛਾ ਹੋ ਗਿਆ, ਗਿਣਤੀ। ਪਰ ਸ਼ਸਤਰਾਂ ਦੀਆਂ ਲੱਖਾਂ ਕਿਸਮਾਂ ਨੇ। ਕਿਤੇ ਸ਼ਸਤਰ ਨਾਮ ਵਾਲਾ ਦੀ ਬਾਣੀ ਪੜ੍ਹ ਕੇ ਵੇਖੋ। ਆ ਇੱਕ ਕਿਰਪਾਨ ਆ ਜਿਹੜੀ ਪਾਈ ਫਿਰਦੇ ਆ, ਸਾਨੂੰ ਬਹੁਤਿਆਂ ਨੂੰ ਇਹ ਨਹੀਂ ਪਤਾ ਵੀ ਨਿਹੰਗ ਸਿੰਘ ਕੀ ਪਾਉਂਦੇ ਆ। ਅਸੀਂ ਕਹਿੰਦੇ ਕਿਰਪਾਨ ਪਾਈ ਹੈ। ਕਿਰਪਾਨ ਸ਼ਸਤਰ ਦਾ ਨਾਮ ਥੋੜ੍ਹੀ ਹੈ। ਇੱਕ ਤਲਵਾਰ ਹੁੰਦੀ ਹੈ, ਇੱਕ ਤੇਗ ਹੁੰਦੀ ਹੈ, ਇਸੇ ਤਰ੍ਹਾਂ ਇੱਕ ਸੈਫ ਹੁੰਦੀ ਹੈ, ਇੱਕ ਤੇਗਾ ਹੁੰਦਾ ਹੈ। ਸਰੋਹੀ ਵੀ ਕਿਰਪਾਨ ਹੈ। ਕਿਹਦਾ ਕਿਹਦਾ ਜ਼ਿਕਰ ਕਰੋਗੇ? ਤਾਰ ਦੀ, ਉਸ ਤਲਵਾਰ ਦੀ ਧਾਰ ਦੱਸਦੀ ਹੈ ਉਹ ਸ਼ਸਤਰ ਕਿਹੜਾ ਏ। ਕਿਰਪਾਨ ਤੇ ਰੱਬ ਦੀ ਕਿਰਪਾ ਦਾ ਨਾਮ ਹੈ। ਉਹ 5 ਇੰਚੀ ਵੀ ਹੋ ਸਕਦੀ ਹੈ, 50 ਇੰਚੀ ਵੀ ਹੋ ਸਕਦੀ ਹੈ ਕਿਰਪਾਨ, ਪਰ ਹੈ ਉਹ ਸ਼ਸਤਰ ਹੈ। ਅਲੱਗ-ਅਲੱਗ ਤਰ੍ਹਾਂ ਦੀਆਂ ਸ੍ਰੀ ਸਾਹਿਬਾਂ ਨੇ, ਕਿਰਪਾਨਾਂ ਨੇ, ਪਰ ਹਰ ਇੱਕ ਆਪਣੀ ਦਿਸ਼ਾ ਕਰਕੇ, ਆਪਣੇ ਤਰੀਕੇ ਕਰਕੇ ਹੁੰਦੀ ਹੈ। ਜਿਵੇਂ ਗੋਲੀਆ, ਉਹ ਵੀ ਤਲਵਾਰ ਹੈ, ਉਹ ਵੀ ਤੇਗ ਹੈ। ਜਦੋਂ ਇਹ ਬਚਨ ਬ੍ਰਹਮਾ ਜੀ ਦੇ ਸਾਹਮਣੇ ਕਹਿ ਦਿੱਤੇ ਨਾ, ਕਹਿੰਦੇ ਕਿਸੇ ਤਰ੍ਹਾਂ ਦਾ ਸ਼ਸਤਰ, ਚਾਹੇ ਤਾਂਬੇ ਦਾ ਬਣਿਆ, ਲੋਹੇ ਦਾ ਬਣਿਆ, ਪਿੱਤਲ ਦਾ ਬਣਿਆ, ਜਿਸਤ ਦਾ ਬਣਿਆ, ਸੋਨੇ ਦਾ ਬਣਿਆ, ਐਡਾ ਚਲਾਕ ਵੇਖਿਆ ਕੋਈ? ਦੈਂਤੀ ਆ ਫਿਰ, ਚਲਾਕ ਆ। ਦੇਵਤਿਆਂ ਨੂੰ ਕੀਲੀ ਫਿਰਦਾ ਵੀ ਮੈਨੂੰ ਹਥਿਆਰ ਵੀ ਨਾ ਮਾਰੇ ਤੇ ਹਥਿਆਰ ਵੀ ਮੈਨੂੰ ਕਿਸੇ ਧਾਤ ਦਾ ਨਾ ਮਾਰੇ। ਇੱਥੋਂ ਤੱਕ ਹਾਥੀ ਦੇ ਦੰਦਾਂ ਦੀ ਬਣਾਈ ਤਲਵਾਰ ਵੀ ਨਾ ਚੱਲੇ। ਰਹਿ ਪਿੱਛੇ ਕੀ ਗਿਆ? ਦਿਨੇ ਨਾ ਮਾਰੇ, ਰਾਤ ਨਾ ਮਾਰੇ, ਚਾਨਣਾ ਹੋਵੇ, ਹਨੇਰਾ ਹੋਵੇ, ਮਾਰੇ ਨਾ ਹੋਵੇ, ਅੰਦਰ ਮਰਾਂ ਨਾ ਬਾਹਰ ਮਰਾਂ, ਮੈਨੂੰ ਸਾਰੇ ਵਰ ਦੇ ਦਿਓ। ਛਿਤ ਆਕਾਸ ਗਿਰ ਗਹਿਨ ਕਠੋਰ, ਯਖ ਸੁਰਾਸੁਰ ਪਨਗ ਘੋਰਾ। ਮੈਨੂੰ ਧਰਤੀ ਤੇ ਕੋਈ ਮਾਰੇ ਨਾ, ਧਰਤੀ ਦੇ ਸੱਪ ਨਾ ਮਾਰਨ, ਅਸਮਾਨ ਵਿੱਚ ਉੱਡਣ ਵਾਲਾ ਬਾਜ ਤੋਂ ਲੈ ਕੇ ਕੋਈ ਪੰਛੀ, ਕੋਈ ਜੀਵ ਮੈਨੂੰ ਨਾ ਮਾਰੇ, ਭਾਵੇਂ ਉੱਡਣ ਵਾਲਾ ਤਸ਼ਕ ਨਾ ਕਿਉਂ ਨਾ ਹੋਵੇ। ਪਰਬਤਾਂ ਤੇ ਰਹਿਣ ਵਾਲੇ ਜਾਨਵਰ ਜੀਵ ਮੈਨੂੰ ਨਾ ਮਾਰਨ, ਜੰਗਲਾਂ ਵਿੱਚ ਰਹਿਣ ਵਾਲੇ ਜਾਨਵਰ ਜੀਵ ਪਰਿੰਦੇ ਮੈਨੂੰ ਨਾ ਮਾਰ ਸਕਣ। ਛੱਡਿਆ ਉਹਨੇ ਵੀ ਇਸ ਸ੍ਰਿਸ਼ਟੀ 'ਚ ਨਾ। ਮੈਂ ਕਿਸੇ ਅਸਮਾਨ ਵਿੱਚ ਮਰਾਂ, ਕਿਸੇ ਵੀ ਅਸਮਾਨ 'ਚ, ਨਾ ਕਿਸੇ ਧਰਤੀ ਤੇ ਮਰਾਂ, ਕਿਉਂਕਿ ਬ੍ਰਹਮੇ ਦੀ ਸ੍ਰਿਸ਼ਟੀ 'ਚ ਪਤਾ ਨਹੀਂ ਕਿੰਨੀਆਂ ਕੁ ਧਰਤੀਆਂ ਹੋਣੀਆਂ। ਮੈਨੂੰ ਕੋਈ ਪੱਥਰ ਤੇ ਨਾ ਮਾਰੇ, ਮੈਨੂੰ ਸਮੁੰਦਰ ਦੇ ਬਾਹਰ ਨਾ ਮਾਰੇ, ਸਮੁੰਦਰ ਪਾਣੀ ਦੇ ਅੰਦਰ ਨਾ ਮਾਰੇ। ਬ੍ਰਹਮਾ ਜੀ ਸੋਚੀ ਜਾਂਦੇ ਐ ਵੀ ਇਹ ਤਾਂ ਨਹੀਂ ਪਤੰਦਰ ਮਰਦਾ, ਜਿੰਨਾ ਕੁਛ ਇਹ ਮੰਗੀ ਜਾਂਦਾ, ਜੇ ਮੈਂ ਨਹੀਂ ਆਉਂਦਾ ਤੇ ਚੰਗਾ ਸੀ, ਆਪੇ ਰੱਬ ਜੀ ਵੇਖ ਲੈਂਦੇ। ਪਰਮਾਤਮਾ ਤੱਕ ਨਹੀਂ ਪਹੁੰਚਿਆ ਹਿਰਣਕਸ਼ਪ। 32 ਅਰਬ ਸਾਲ ਦੀ ਭਗਤੀ ਕਰਕੇ ਵੀ ਅਜੇ ਬ੍ਰਹਮਾ ਹੀ ਨੇੜੇ ਆਇਆ ਹੈ, ਰੱਬ ਨਹੀਂ ਆਇਆ। ਸੌਖਾ ਰੱਬ ਨੂੰ ਮਿਲਣਾ। ਇੱਥੇ ਮੇਰੇ ਵਰਗਾ 4 ਦਿਨ ਕਰਕੇ ਸੁਖਮਨੀ ਸਾਹਿਬ ਦੇ ਪਾਠ, 5 ਦਿਨ ਕਰਕੇ ਜਪਜੀ ਸਾਹਿਬ ਦੇ ਪਾਠ, ਕਹਿੰਦਾ ਜੀ ਅੱਜ ਮੈਨੂੰ ਰਾਤ ਨੂੰ ਗੁਰੂ ਨਾਨਕ ਸਾਹਿਬ ਮਿਲਣ ਆਏ ਸੀ। ਵੀ ਭਰਾਵਾ ਸਾਨੂੰ ਤੇ 25-25 ਸਾਲ ਕਥਾ ਸੁਣਾਉਂਦਿਆਂ ਨੂੰ ਹੋ ਗਏ, ਸਾਨੂੰ ਤੇ ਨਹੀਂ ਕਦੇ ਮਿਲੇ। ਫਿਰ ਤੇ ਤੂੰ ਭਾਗਾਂ ਵਾਲਾ ਹੋ ਗਿਆ ਨਾ। ਨਹੀਂ, ਝੂਠ ਨਹੀਂ ਬੋਲਣਾ ਚਾਹੀਦਾ। ਰਾਤਾਂ ਦੇ ਸੁਪਨਿਆਂ ਨੂੰ ਰੱਬ ਦਾ ਮਿਲਾਪ ਨਾ ਦਸੀਏ। ਉਹ ਜਿਹਨੂੰ ਪਰਮਾਤਮਾ ਮਿਲ ਗਿਆ ਉਹਦਾ ਜੀਵਨ ਹੀ ਬਦਲ ਜਾਂਦਾ ਹੈ।
ਫਿਰ ਇਹੋ ਜਿਹਾ ਨਹੀਂ ਰਹਿੰਦਾ ਫਰੇਬੀ ਸਾਡੇ ਵਰਗਾ, ਅਲੱਗ ਹੋ ਜਾਂਦਾ ਹੈ। ਬ੍ਰਹਮਾ ਜੀ ਮਿਲ ਗਏ, ਕਹਿੰਦੇ ਤਥਾਸਤੂ, ਮੈਨੂੰ ਕੋਈ ਸ਼ਸਤਰ ਨਾ ਮਾਰੇ, ਮੈਨੂੰ ਕੋਈ ਅਸਤਰ ਨਾ ਮਾਰੇ, ਮੈਨੂੰ ਕਿਸੇ ਜੰਗਲ 'ਚ ਨਾ ਕੋਈ ਮਾਰੇ, ਮੈਂ ਕਿਸੇ ਗੁਫਾ ਵਿੱਚ ਨਾ ਮਰਾਂ, ਪੱਥਰ ਨਾਲ ਵੀ ਮੈਨੂੰ ਕੋਈ ਮਾਰੇ ਨਾ, ਕੋਈ ਘੋੜੇ ਤੇ ਚੜ੍ਹ ਕੇ ਨਾ ਆਵੇ, ਮੈਨੂੰ ਕੋਈ ਜਾਨਵਰ ਵੀ ਮਾਰੇ ਨਾ। ਮੇਰੇ ਹਿਸਾਬ ਨਾਲ ਜਿੰਨਾ ਕੁਝ ਇਹ ਗਣਾ ਗਿਆ ਜੀ, ਇੰਨਾ ਕੁਝ ਤੇ ਸ੍ਰਿਸ਼ਟੀ 'ਚ ਵੀ ਹੈ ਨਹੀਂ, ਯੋਗ 'ਚ ਗਣਾਤਾ। ਬ੍ਰਹਮਾ ਜੀ ਬਸ ਚੁੱਪ ਚਪੀਤੇ ਬੈਠੇ, ਹੁਣ ਖਹਿੜਾ ਤੇ ਛਡਾਉਣਾ ਹੀ ਆ ਨਾ, ਵੀ ਕੋਈ ਹੋਰ ਨਾ ਕਹਿ ਦੇ। ਬਸ ਉਹਨੂੰ ਕਹੀ ਜਾਂਦੇ, ਠੀਕ ਹੈ, ਜੋ ਮੰਗੇਗਾ ਸੋ ਤੈਨੂੰ ਦਿੱਤਾ ਏ। ਇਨ ਤੇ ਕਬ ਨ ਹੋਏ ਮ੍ਰਿਤ ਮੇਰੇ, ਧੁੰਦ ਜੁਦ ਕੋ ਕਰੈ ਨਾ ਹੇਰੇ। ਮਾਰਨ ਵਾਲਿਆਂ ਵਿੱਚੋਂ ਨਾ ਕੋਈ ਰਾਖਸ਼ ਹੋਵੇ ਤੇ ਨਾ ਕੋਈ ਦੇਵਤਾ ਹੋਵੇ ਤੇ ਨਾ ਮੈਂ ਕਿਸੇ ਮਨੁੱਖ ਤੋਂ ਮਰਾਂ। ਉਹਨੂੰ ਇਹ ਵੀ ਪਤਾ ਸੀ ਵੀ ਮਾਰਨ ਵਾਸਤੇ ਦੇਵਤੇ ਹੀ ਆਉਣਗੇ। ਆਪਾਂ ਹੋ ਸਕਦਾ ਦੇਵਤੇ ਕਿਸੇ ਰਾਖਸ਼ ਨੂੰ ਗੰਢ ਲੈਣ ਵੀ ਤੂੰ ਗੱਡੀ ਚਾੜ ਦੇ ਯਾਰ, ਸਾਡੇ ਤੋਂ ਨਹੀਂ ਮਰਦਾ। ਕਹਿੰਦੇ ਇਹਨਾਂ ਤੋਂ ਵੀ ਨਾ। ਰਹੀ ਗੱਲ ਮਨੁੱਖਾਂ ਦੀ, ਮੈਨੂੰ ਧਰਤੀ ਤੇ ਜੰਮਣ ਵਾਲਾ ਕੋਈ ਮਨੁੱਖ ਮਾਰ ਨਾ ਸਕੇ। ਸੋਚੋ ਦੁਨੀਆ ਤੇ ਇਹੋ ਜਿਹੇ ਵੀ ਨਹੀਂ ਰਹੇ। ਆਖੋ ਸਤਿਨਾਮ। ਬੰਦਿਆ ਤੂੰ ਕਾਹਦਾ ਮਾਣ ਕਰਦਾ ਫਿਰ? ਕੀ ਆ ਤੇਰੇ ਕੋਲ? ਕੱਖ ਨਹੀਂ। ਹਉਮੈ ਦੀ ਲਿਸਟ ਪੰਡ ਸਾਡੇ ਕੋਲ ਬਹੁਤ ਵੱਡੀ ਹੈ। ਹਿਰਨਕਸ਼ਿਪ ਵਰਗੇ, ਹਰਨਾਕਸ਼ ਵਰਗੇ, ਜਿਨ੍ਹਾਂ ਨੇ ਬ੍ਰਹਮਾ ਤੋਂ ਮੰਗਿਆ ਵੀ ਤੇਰੀ ਸ੍ਰਿਸ਼ਟੀ ਵਿੱਚ ਕੋਈ ਹਥਿਆਰ, ਕੋਈ ਦਿਨ, ਕੋਈ ਰਾਤ, ਕੋਈ ਸਮਾਂ, ਕੋਈ ਵਾਰ, ਕੋਈ ਦੇਵਤਾ, ਕੋਈ ਮਨੁੱਖ, ਕੋਈ ਰਾਖਸ਼, ਇੱਥੋਂ ਤੱਕ ਭੂਤ ਪ੍ਰੇਤ ਵੀ ਮੈਨੂੰ ਕੋਈ ਮਾਰ ਨਾ ਸਕੇ। ਕੋਈ ਜਿੰਨ ਬਤਾਲ ਲਾ ਕੇ ਮਾਰ ਦੇ। ਬ੍ਰਹਮਾ ਜੀ ਨੂੰ ਫਿਕਰ ਲੱਗ ਗਿਆ। ਬੈਠੇ ਸਵਰਗਾਂ ਦੇ ਦੇਵਤੇ ਜਿਹੜੇ ਦ੍ਰਿਸ਼ ਵੇਖ ਰਹੇ ਸੀ ਨਾ, ਉਹ ਕਹਿੰਦੇ ਵੀ ਇਹ ਤੇ ਸਾਡੇ ਪੈਰਾਂ 'ਚ ਹੀ ਕੰਡੇ ਆ, ਆਪਾਂ ਵੀ ਬੀਜ ਲਏ। ਵੀ ਬ੍ਰਹਮਾ ਜੀ ਬੈਠੇ ਤਥਾਸਤੂ ਕਰੀ ਜਾਂਦੇ ਆ ਵੀ ਜੋ ਮੰਗ ਲਿਆ ਠੀਕ ਹੈ, ਇਹਨੂੰ ਮਾਰੂ ਕੌਣ? ਸਵਰਗਾਂ 'ਚ ਫਿਕਰ ਪੈ ਗਿਆ ਵੀ ਇਹਨੇ ਮਾਰਨਾ ਤੇ ਸਾਨੂੰ ਹੀ ਹੈ। ਸਾਡੇ ਕੋਲ ਕੋਈ ਐਸਾ ਹਥਿਆਰ ਹੀ ਨਹੀਂ ਜਿਹਦੇ ਨਾਲ ਇਹਨੂੰ ਅਸੀਂ ਮਾਰ ਸਕੀਏ। ਜਯੋਂ ਸਭ ਆਇਸ ਮਨ ਹੈ ਤੁਮਾਰੀ, ਤਿਉ ਹੈ ਮਮ ਆਇਸ ਅਨੁਸਾਰੀ। ਹੱਦ ਕਰਤੀ। ਇੱਥੋਂ ਤੱਕ ਬਸ ਨਹੀਂ। ਆਪਾਂ ਤਾਂ ਇਹਨਾਂ ਕੀ ਸੁਣਦੇ ਆ ਨਾ ਵੀ ਅੰਦਰ ਨਾ ਮਰਾਂ, ਬਾਹਰ ਨਾ ਮਰਾਂ, ਦਿਨੇ ਨਾ ਮਰਾਂ, ਰਾਤ ਨਾ ਮਰਾਂ। ਕਹਿੰਦਾ ਜਿੱਥੋਂ ਤੱਕ ਤੁਹਾਡਾ ਹੁਕਮ ਚੱਲਦਾ ਨਾ, ਜਿਵੇਂ ਚੱਲਦਾ ਵਾਦਾ ਕਰੋ ਮੇਰੇ ਨਾਲ, ਇਸ ਸ੍ਰਿਸ਼ਟੀ ਤੇ ਹਰਨਾਕਸ਼ ਦਾ ਹੁਕਮ ਵੀ ਚੱਲੇ। ਆਖੋ ਸਤਿਨਾਮ। ਬ੍ਰਹਮਾ ਜੀ ਸੋਚੀ ਵੀ ਆ ਤੇ ਪੰਗਾ ਖੜਾ ਹੋ ਗਿਆ ਵੀ ਜੇ ਇਹਨੂੰ ਮੈਂ ਕਹਿਤਾ ਠੀਕ ਹੈ, ਫਿਰ ਮੇਰੇ ਹੁਕਮ ਨੂੰ ਕੌਣ? ਯਾਦ ਕਰੋ ਵੇਲਾ ਔਰੰਗਜ਼ੇਬ ਛੋਟੀ ਉਮਰ ਵਿੱਚ ਆਪਣੇ ਪਿਤਾ ਨੂੰ ਕਹਿੰਦਾ, ਬਾਪੂ ਸ਼ਾਹਜਹਾਨ, ਮੇਰਾ ਜੀ ਕਰਦਾ ਮੈਂ ਇੱਕ ਦਿਨ ਦਾ ਰਾਜਾ ਬਣ ਜਾ। ਦੇਖੋ ਮੋਹ ਬੰਦੇ ਨੂੰ ਕਿੱਥੇ ਲੈ ਆਉਂਦਾ। ਸੋਚਿਆ ਕਰੋ ਜ਼ਿੰਦਗੀ 'ਚ। ਉਹ ਕਹਿੰਦਾ ਲੈ ਪੋਤਾ ਮੇਰਾ, ਤਾਂ ਕਿ ਮੈਂ ਤਾਂ ਸੁਣਾਉਣ ਲੱਗਾ ਵੀ ਅੱਗੇ ਹੁਣ ਸੁਣਿਓ, ਬ੍ਰਹਮਾ ਮਾਇਆ ਰਚਣ ਵਾਲਾ ਹੈ, ਸ੍ਰਿਸ਼ਟੀ ਬਣਾਉਣ ਵਾਲਾ ਹੈ, ਉਹਨੇ ਹਰਨਾਕਸ਼ ਨੂੰ ਆਪਣਾ ਪੁੱਤ ਬਣਾਇਆ ਹੈ। ਦੇਖਿਓ ਗੱਲ ਕਿੱਥੇ ਜਾਂਦੀ ਹੈ। ਕਹਿੰਦਾ ਪਿਤਾ ਮੈਨੂੰ ਇੱਕ ਦਿਨ ਦਾ ਰਾਜਾ ਬਣਾ, ਮੈਂ ਤੇਰੇ ਤਖਤ ਤੇ ਬਹਿ ਕੇ ਹੁਕਮ ਕਰਨਾ ਤੇ ਫਿਰ ਮੈਂ ਤੇਰੇ ਵਰਗੇ ਕੱਪੜੇ ਪਾ ਲਾਂ। ਮੋਹ ਦਾ ਮਾਰਿਆ ਸ਼ਾਹਜਹਾਂ ਕਹਿੰਦਾ ਆਪਣੀ ਫੌਜ ਨੂੰ, ਕਹਿੰਦਾ ਮੇਰਾ ਸਭ ਤੋਂ ਛੋਟਾ ਤੇ ਲਾਡਲਾ ਪੋਤਾ ਔਰੰਗਜ਼ੇਬ। ਏਦਾਂ ਕਰੋ, ਆਗਰੇ ਦੇ ਕਿਲੇ ਦੀ ਗੱਲ ਹੈ ਵੀ ਜੋ ਕਹੇ ਉਹ ਮੰਨਣਾ। ਜਿੰਨੇ ਸਿਫਤ ਸਲਾਰ ਨੇ ਕਹਿੰਦੇ ਹੁਣ ਬਾਦਸ਼ਾਹ ਦਾ ਹੁਕਮ ਆ, ਮੰਨਣਾ ਪੈਣਾ ਜੀ। ਤੇ ਬਾਦਸ਼ਾਹ ਨੇ ਆਪਣੇ ਪੁੱਤ ਨੂੰ ਅਥਾਰਟੀ ਦੇਤੀ। ਔਰੰਗਜ਼ੇਬ ਬੈਠਾ ਤਖਤ ਤੇ, 2 ਘੰਟੇ ਬਤੀਤ ਹੋਏ। ਪਹਿਲਾ ਹੁਕਮ ਪਤਾ ਕੀ ਕਹਿੰਦਾ? ਕਹਿੰਦਾ ਮੇਰੇ ਪਿਤਾ ਨੂੰ ਫੜੋ। ਫੜ ਲਿਆ, ਮੇਰੇ ਦਰਬਾਰ ਵਿੱਚ ਪੇਸ਼ ਕੀਤਾ ਜਾਏ। ਪੇਸ਼ ਕਰ ਲਿਆ। ਕਹਿੰਦੇ ਹੱਥ ਕੜੀਆਂ ਲਾ ਦੋ। ਉਹ ਨਾਲ ਸਿਫਤ ਸਲਾਰ ਕਹਿੰਦੇ ਬਾਦਸ਼ਾਹ ਧਿਆਨ ਕਰ, ਤੇਰਾ ਪੁੱਤ। ਉਹ ਕਹਿੰਦਾ ਤੁਹਾਨੂੰ ਬੜਾ ਪੁੱਤ ਹੈ, ਮੇਰਾ ਮੁੰਡਾ ਇਹ, ਇੱਕ ਦਿਨ ਦਾ ਰਾਜਾ ਨੂੰ ਕਰ ਲੈਣ ਦੇ। ਚੁੱਪ ਹੋ ਕੇ ਸਲਾਹਕਾਰ ਕਹਿੰਦੇ ਠੀਕ ਆ ਫਿਰ ਮਰਨਾ ਮਰ, ਸਾਨੂੰ ਕੀ ਹੈ। ਕਹਿੰਦਾ ਇਹਨੂੰ ਫੜ ਕੇ ਜੇਲ੍ਹ 'ਚ ਸੁੱਟੋ। ਮੇਰਾ ਹੁਕਮ ਹੈ ਪਹਿਲਾ ਤੇ ਆਖਰੀ, ਇਹਨੂੰ ਸਜ਼ਾਏ ਮੌਤ ਦੇ ਦਿਓ। ਇੱਕ ਕਦੇ ਬਾਦਸ਼ਾਹੀ ਦੀ ਗੱਲ ਤੇ ਛੱਡੋ, ਕਦੇ ਜੇਲ੍ਹ 'ਚੋਂ ਜਿਉਂਦਾ ਬਾਹਰ ਨਾ ਆਵੇ। ਆਖੋ ਸਤਿਨਾਮ। ਵੀ ਉਸ ਬਾਦਸ਼ਾਹ ਨੂੰ ਉਹ ਲੈ ਕੇ ਬਹਿ ਗਿਆ ਸੀ। ਲਾੜ ਦੇ ਵਿੱਚ ਪੁੱਤ ਨੂੰ ਸੱਪ ਬਣਾ ਬੈਠਾ, ਕੋਈ ਉਹ ਡੰਗ ਗਿਆ। ਬ੍ਰਹਮਾ ਬੜਾ ਸਿਆਣਾ ਹੈ, ਪਰ ਸਿਆਣਪ ਅੱਗੇ
ਇੱਕ ਮੋਹ ਆ ਗਿਆ ਪੁੱਤ ਦਾ। ਉਹ ਕਹਿੰਦਾ ਤੇਰੀ ਸ੍ਰਿਸ਼ਟੀ ਵਿੱਚ ਮੈਂ ਮਰਾਂ ਹੀ ਕਦੇ ਨਾ, ਤੇ ਮੈਨੂੰ ਕੋਈ ਦੇਵਤਾ ਮਾਰ ਹੀ ਨਾ ਸਕੇ, ਮੇਰਾ ਹੁਕਮ ਚੱਲੇ। ਬ੍ਰਹਮਾ ਜੀ ਸੋਚ ਸਮਝ ਕੇ ਬੜੀ ਦੇਰ ਬਾਅਦ ਕਹਿੰਦੇ ਚੱਲ ਪੁੱਤ ਬਣਾਇਆ, ਕਿਹੜਾ ਕਹਿਣੇ ਤੋਂ ਬਾਹਰ ਜਾਊ। ਹੁੰਦਾ ਹੀ ਹੈ, ਹਰੇਕ ਮਾਂ-ਬਾਪ ਨੂੰ ਹੁੰਦਾ ਵੀ ਮੇਰਾ ਧੀ ਪੁੱਤ ਕਹਿਣੇ ਤੋਂ ਬਾਹਰ ਹੈ। ਤੇ ਭਾਈ ਆ ਫਿਰ ਕਿਹੜੇ ਵਿਚਾਰੇ ਜਿਹੜੇ ਸੜਕਾਂ ਤੇ ਬੈਠੇ ਆ, ਕੋਠੀਆਂ ਦੇ ਮਾਲਕ ਨੇ। ਆਪਣੇ ਮੋਹਾਲੀ ਸ਼ਹਿਰ ਦੀਆਂ ਕਿੰਨੀਆਂ ਵੀਡੀਓ ਆਉਂਦੀਆਂ ਨੇ, ਆ ਜੀ ਫਲਾਣਾ ਇੰਨੇ ਕਰੋੜ ਦਾ ਮਾਲਕ ਸੀ, ਅੱਜ ਫਲਾਣਾ ਟਰਸਟ ਵਾਲਾ ਲੈ ਗਿਆ ਵੀ ਰੋਟੀ ਨਹੀਂ ਪੱਕਦੀ, ਘਰੇ ਮੁੰਡੇ ਨੂੰ ਨੇ ਕੱਢਤਾ। ਕਿੱਥੇ ਨੇ ਹੁਣ? ਠੱਗੀਆਂ ਮਾਰਦੇ ਸੀ, ਹੁਣ ਕਿੱਥੇ? ਕੋਈ ਪਤਾ ਨਹੀਂ ਹੈ। ਸੰਭਲ ਕੇ ਜ਼ਮਾਨੇ 'ਚ ਚੱਲੀਏ, ਇੱਥੇ ਕੋਈ ਆਪਣਾ ਨਹੀਂ, ਮੋਹ ਮਾਰ ਜਾਂਦਾ ਹੈ। ਜਦੋਂ ਕਹਿੰਦੇ ਬ੍ਰਹਮਾ ਮੋਹ ਵਿੱਚ ਹੀ ਆਇਆ, ਹੁਣ ਪੁੱਤਰ ਬਣਾਇਆ ਸੀ, ਕਹਿੰਦੇ ਕੋਈ ਨਹੀਂ ਮੁੰਡਾ ਹੀ ਆ, ਕਾਬੂ ਕਰ ਲਾਂਗੇ, ਕੀ ਕਰੂਗਾ ਆਪਣਾ। ਹਿਰਣਕਸ਼ਪ ਵਰ ਦਿੱਤਾ ਵੀ ਮੇਰੀ ਸ੍ਰਿਸ਼ਟੀ ਵਿੱਚ ਮੇਰੇ ਹੁਕਮ ਦੇ ਵਾਂਗ ਹਿਰਣਕਸ਼ਪ ਤੇਰਾ ਵੀ ਹੁਕਮ ਚੱਲਦਾ ਰਹੇਗਾ। ਏਕ ਰਾਜ ਅਵਣੀ ਪੈ ਕਰੂੰ, ਸਕਲ ਬੈਰੀਨ ਛਿਨ ਮੇ ਹਰੂੰ। ਅਗਲਾ ਬਚਨ ਦੇਖੋ ਕਿੰਨੇ ਬਚਨ ਲੈਂਦਾ। ਉਹਨੂੰ ਪਤਾ ਮੈਂ ਭਗਤੀ ਕੀਤੀ ਐਡੀ ਵੱਡੀ, ਵੀਰ ਨੂੰ ਦੇਣਾ ਪੈਣਾ। ਕਹਿੰਦਾ ਸਾਰੀ ਸ੍ਰਿਸ਼ਟੀ ਦਾ ਇਕੱਲਾ ਰਾਜਾ ਮੈਂ ਹੋਵਾਂਗਾ। ਸ੍ਰਿਸ਼ਟੀ ਦਾ ਕਿਸੇ ਇੱਕ ਦੇਸ਼ ਦਾ ਨਹੀਂ, ਇੱਕ ਸਟੇਟ ਦਾ ਨਹੀਂ, ਇੱਕ ਕੰਟਰੀ ਦਾ ਨਹੀਂ, ਤੇ ਕਿਸੇ ਇੱਕ ਮਹਾਂਦੀਪ ਦਾ ਨਹੀਂ। ਸ੍ਰਿਸ਼ਟੀ ਦਾ ਮਾਲਕ ਮੈਂ ਹੋਵਾਂਗਾ। ਜਿਵੇਂ ਮੈਂ ਚਾਹਾਂ ਉਵੇਂ ਦੁਨੀਆ ਚੱਲੂਗੀ। ਦੇਵੀ ਦੇਵਤੇ ਮੇਰੇ ਨਾਲ ਯੁੱਧ ਕਰਨਗੇ, ਮੈਂ ਹਰਾ ਦਿਆਂਗਾ। ਸਵਰਗਾਂ ਤੋਂ ਲੈ ਕੇ ਨਰਕਾਂ ਤੱਕ ਮੇਰਾ ਰਾਜ ਮਨਜ਼ੂਰ ਹੈ। ਉਹ ਦੇਵਤੇ ਮਾਰਨ ਚੀਕਾਂ ਵੀ ਬ੍ਰਹਮਾ ਵੇਖੀ ਹਾਂ ਨਾ ਕਰਦੇ। ਹੁਣ ਬ੍ਰਹਮਾ ਜੀ ਦੇ ਕਸੂਤੇ ਫਸੇ ਬੈਠੇ ਆ। ਉਹ ਕਹਿੰਦੇ ਵਿੱਚ ਵਿਚਾਲੇ ਇਹਨੂੰ ਵਾਪਸ ਮੋੜ ਨਹੀਂ ਸਕਦਾ। ਵਾਅਦਾ ਕੀਤਾ ਵੀ ਤੂੰ ਜੋ ਮੰਗੇਗਾ ਤੈਨੂੰ ਦਿਆਂਗਾ। ਭਗਤੀ ਤੜਵਾ ਦਿੱਤੀ ਹੈ। ਬੜੀ ਦੇਰ ਤੱਕ ਸੋਚਦੇ ਰਹੇ। ਹਿਰਣਕਸ਼ਪ ਫੇਰ ਕਹਿੰਦਾ ਪਿਤਾ ਜੀ ਦੱਸੋ, ਵਾਅਦਾ ਕਰੋ ਮੇਰੇ ਨਾਲ ਕਿ ਮੇਰਾ ਰਾਜ ਰਹੇਗਾ ਸ੍ਰਿਸ਼ਟੀ ਤੇ, ਮੈਂ ਹੀ ਬ੍ਰਹਮੰਡ ਦਾ ਰਾਜਾ ਹੋਵਾਂ। ਲੋਕਪਾਲ ਸਭ ਰਹੇ ਅਧੀਨਾ, ਏ ਬਰ ਦੀਜੈ ਮੁਝੇ ਪਰਬੀਨਾ। ਹੇ ਸਿਆਣੇ ਬ੍ਰਹਮਾ ਜੀ ਇੱਕ ਵਾਰ ਹੋਰ ਦੇ ਦਿਓ। ਮੈਨੂੰ ਨਹੀਂ ਲੱਗਦਾ ਦੁਨੀਆ ਤੇ ਇੰਨਾ ਚਲਾਕ ਕਿਤੇ ਰਾਵਣ ਵੀ ਹੋਇਆ ਹੋਣਾ। ਬਾਣੀ ਨੇ ਉਹਨੂੰ ਕਿਹਾ ਨਾ ਵੀ ਮੂਰਖ ਬਣ ਗਿਆ, ਦੁਨੀਆ ਦਾ ਰਾਜਾ ਹੈ। ਤੇ ਹਰਨਾਕਸ਼ ਬਾਰੇ ਕਿਉਂ ਲਿਖਦੇ ਆ? ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਡਰਾਇਆ। ਕਈ ਵਾਰ ਨਾ ਆਪਾਂ ਇੰਨਾ ਕੁ ਸੋਚ ਲੈਂਦੇ ਆ ਵੀ ਲੋ ਜੀ ਉਹਨੇ ਵਰ ਲੈ ਲਏ ਸੀ, ਨਰਸਿੰਘ ਨੇ ਆ ਕੇ ਮਾਰਤਾ। ਉਹ ਇਹ ਤੇ ਪਤਾ ਕਰੋ ਵੀ ਉਹਨੇ ਵਰ ਮੰਗੇ ਕਿਉਂ ਸੀ। ਕੋਈ ਤੇ ਪ੍ਰੋਬਲਮ ਆਈ ਹੋਊਗੀ, ਕੋਈ ਤੇ ਕਾਰਨ ਰਿਹਾ ਹੋਣਾ। ਆ ਜੋ ਕੱਲ ਪਰਸੋਂ ਦੇ ਸੁਣਦੇ ਆ ਰਹੇ ਹੋ, ਇਹ ਬਿਮਾਰੀ ਸੀ, ਉਹ ਤਾਂ ਇਹ ਤਪ ਕਰਦਾ ਸੀ ਏਡਾ ਭਾਰੀ, ਤਾਂ ਉਹਨੇ ਵਰ ਮੰਗੇ ਸੀ। ਕੱਲੇ ਭਗਤ ਪ੍ਰਹਿਲਾਦ ਜੀ ਦਾ ਆਪਾਂ ਇੱਕ ਪ੍ਰਸੰਗ ਸੁਣ ਲਾਂਗੇ, ਅੱਗੇ ਸਮਝ ਨਹੀਂ ਆਉਂਦੀ। ਕਿਤੇ ਗੁਰੂ ਸਾਹਿਬ ਦੀ ਕਿਰਪਾ, ਸਤਿਗੁਰਾਂ ਦੀ ਕਥਾ ਚੋਂ ਇੰਨਾ ਕੁਝ ਮਿਲ ਜਾਂਦਾ ਸੀ। 4 ਵੇਦ ਪੜ੍ਹ ਕੇ ਵੀ ਇੰਨਾ ਗਿਆਨ ਨਹੀਂ ਪ੍ਰਾਪਤ ਹੋਣਾ ਜਿੰਨਾ ਗੁਰੂ ਨਾਨਕ ਸਾਹਿਬ ਦੀ ਕਥਾ ਚੋਂ ਗਿਆਨ ਮਿਲ ਰਿਹਾ। ਕਾਰਨ ਕੀ ਸੀ ਤਪ ਕਰਨ ਦਾ, ਉਹ ਦੱਸ ਰਹੇ ਆ। ਜਦੋਂ ਬ੍ਰਹਮਾ ਜੀ ਨੂੰ ਇਹ ਵੀ ਕਹਿ ਦਿੱਤਾ ਉਹਨਾਂ, ਕਹਿੰਦੇ ਠੀਕ ਹੈ ਭਾਈ, ਇਹ ਵੀ ਮਨਜ਼ੂਰ ਹੈ ਵੀ ਇੱਕ ਤੇਰਾ ਹੀ ਰਾਜ ਰਹੂਗਾ, ਦੇਵਤਿਆਂ ਤੇ, ਸਵਰਗਾਂ ਤੇ, ਨਰਕਾਂ ਤੇ, ਪਤਾਲ ਵਿੱਚ, ਮਾਤ ਲੋਕ ਤੇ। ਹਿਰਣਕਸ਼ਪ ਬੜਾ ਖੁਸ਼ ਹੈ, ਅੰਦਰੋਂ ਖੁਸ਼ ਹੈ ਵੀ ਜਦੋਂ ਆਪਣਾ ਰਾਜ ਆ ਗਿਆ ਤੇ ਵਿਸ਼ਨੂੰ ਆਊਗਾ ਕਿੱਥੇ? ਆਊ ਸਤਨਾਮ ਬਣੂ ਕਿੱਥੇ? ਉਹਦੀ ਗਰਾਰੀ ਉੱਥੇ ਫਸੀ ਹੋਈ ਹੈ ਵੀ ਆਪਾਂ ਨਾ ਵਿਸ਼ਨੂੰ ਛੱਡਣਾ ਤੇ ਨਾ ਛੱਡਣਾ ਵਿਸ਼ਨੂੰ ਦਾ ਭਗਤ। ਅੱਜ ਇੰਨੇ ਦੇਵੀ ਦੇਵਤੇ ਫਿਰਦੇ ਵਿਸ਼ਨੂੰ ਦੇ ਅੰਡਰ ਹੀ ਆ ਸਾਰੇ। ਉਹਦੇ ਬ੍ਰਹਮਾ ਜੀ ਨੇ ਕਹਿਤਾ ਕਿਉਂਕਿ ਉਹ ਸ੍ਰਿਸ਼ਟੀ ਬਣਾਉਣ ਵਾਲਾ ਹੈ। ਦੇਖੋ ਚਲਾਕੀਆਂ ਅਜੇ ਵੀ ਨਹੀਂ ਹਟੀਆਂ। ਮੰਗ ਲਿਆ, ਵਾਪਸ ਦਓਗੇ ਵਰਕ ਨਹੀਂ। ਬ੍ਰਹਮਾ ਜੀ ਕਹਿੰਦੇ ਇਹ ਵੀ ਹੋਏਗਾ, ਤਥਾਸਤੂ ਸਤ ਹੈ। ਮੈਂ ਕਹਿੰਦਾ ਜੀ ਹਜ਼ਾਰਾਂ ਵਾਰ ਮੰਗੇ, ਕਦਾ ਨਹੀਂ ਮੰਗਿਆ ਉਹਨੇ। ਬ੍ਰਹਮਾ ਜੀ ਨੂੰ ਫਿਕਰ ਪੈ ਗਿਆ ਵੀ ਕਹਿ ਤੇ ਰਿਹਾ, ਫਿਰ ਸਹਿਣਾ ਔਖਾ ਹੋ ਜੂਗਾ। ਦੈਂਤ ਰਾਜ ਕੀ ਸੁਣ ਕਰ ਬਾਨੀ, ਬੋਲਿਓ ਸਹਿਮਾ ਕਰ ਸਨਮਾਨੀ। ਜਦੋਂ ਕਹਿੰਦੇ ਦੈਂਤ ਰਾਜ ਦੀ ਉਹਨੇ ਗੱਲ ਕੀਤੀ ਵੀ ਮੇਰਾ ਰਾਜ ਹੋਵੇ, ਤੇ ਸਵਰਗਾਂ ਦੇ ਦੇਵਤਿਆਂ ਹਾਹਾਕਾਰ ਮਚਾਤੀ। ਬ੍ਰਹਮਾ ਦੀ ਹੁਣ ਨਾ ਬੋਲ ਪਿਓ, ਉਹ ਤੇ ਬੋਲ ਬੈਠਾ ਵੀ ਤੇਰਾ ਰਾਜ ਹੋ। ਹੁਣ ਦੇਵਤਿਆਂ ਉੱਤੇ ਰਾਜ ਕਿਹਦਾ ਆ ਗਿਆ ਜੀ? ਰਾਖਸ਼ ਦਾ। ਤੇ ਜਿਸ ਰਾਖਸ਼ ਦੇ ਨਾਲ, ਜਿਨ੍ਹਾਂ ਰਾਖਸ਼ਾਂ ਨਾਲ ਯੁੱਧ ਚੱਲਦਾ ਆਉਂਦਾ ਦੇਵਤਿਆਂ ਦਾ ਲੱਖਾਂ ਸਾਲਾਂ ਤੋਂ, ਤੇ ਬ੍ਰਹਮਾ ਜੀ ਨੇ ਉਹਨਾਂ ਦੇਵਤਿਆਂ ਦੇ ਪੈਰਾਂ ਤੇ ਗੁਹਾਰੇ ਮਾਰਦੇ ਆ ਸਤਨਾਮ। ਕੁਝ ਪਲ ਦੇ ਬਚਾ ਲਈ ਨਾ ਇੱਕ ਵੱਡੀ ਮੁਸੀਬਤ ਸਹਿਣ।
ਇਹਨੂੰ ਕਹਿੰਦੇ ਟੈਂਪਰੇਰੀ ਟ੍ਰੀਟਮੈਂਟ। ਬੜੇ ਲੋਕ ਨੇ ਅੱਜ ਸਿਹਤ ਨਾਲ ਖਿਲਵਾੜ ਕਰੀ ਫਿਰਦੇ ਆ ਫਲਾਣੀ ਬੂਟੀ ਘੋਟ ਕੇ ਪੀ ਲਓ, ਇੰਨੀ ਦੇਰ ਲਈ ਫਰਕ ਪੈ ਜੂ। ਇਹ ਦੇਰ ਵਾਲਾ ਹੀ ਹੈ, ਜੜ ਤੋਂ ਨਹੀਂ ਜਾਣਾ ਕੁਝ ਵੀ। ਜਦ ਤੱਕ ਕਿਸੇ ਚੀਜ਼ ਦੀ ਜੜ ਠੀਕ ਨਹੀਂ ਨਾ ਹੁੰਦੀ, ਉਦੋਂ ਤੱਕ ਦਰੁਸਤ ਤੇ ਤੰਦਰੁਸਤ ਨਹੀਂ ਹੋ ਸਕਦੇ। ਇੱਥੇ ਵੇਖੋ ਕੀ ਹੋ ਗਿਆ ਹੁਣ, ਟੈਂਪਰੇਰੀ ਟ੍ਰੀਟਮੈਂਟ ਦੇਤਾ। ਕਹਿੰਦੇ ਠੀਕ ਹੈ, ਦੈਂਤਾਂ ਦਾ ਰਾਜ ਹੋ। ਅੰਦਰੋਂ ਬ੍ਰਹਮਾ ਜੀ ਦਾ ਮਨ ਨਹੀਂ ਮੰਨਦਾ ਵੀ ਜੇ ਦੈਂਤਾਂ ਦਾ ਰਾਜ ਹੋ ਗਿਆ ਤੇ ਮੈਂ ਵੀ ਤੇ ਇਹਨਾਂ ਦੇ ਅਧੀਨ ਆ ਜੂਗਾ। ਇਹ ਫਿਰ ਘੱਟ ਕਰਨਗੇ। ਜਿੰਨੀਆਂ ਮਰਜ਼ੀ ਪਾਰਟੀਆਂ ਨੇ, ਜਿਹੜਾ ਮਰਜ਼ੀ ਹੈ, ਜਦ ਜਿਹਦਾ ਸਮਾਂ ਆਉਂਦਾ ਹੈ ਕਸਰ ਥੋੜੀ ਛੱਡਦਾ ਹੁੰਦਾ ਹੈ। ਜਦ ਤੱਕ ਕੁਰਸੀ ਨਹੀਂ ਮਿਲਦੀ ਉਦੋਂ ਤੱਕ ਬੜਾ ਕੁਝ ਕਹਿੰਦੇ, ਆਹ ਕਰ ਦਾਂਗੇ, ਉਹ ਕਰ ਦਾਂਗੇ। 70-75 ਤੋਂ ਵੇਖਦੇ ਆ ਰਹੇ ਹੋ ਪੰਜਾਬ 'ਚ, ਬੜਾ ਕੁਝ ਕਹਿੰਦੇ ਆ ਜੀ। ਘਰੇ ਸਿਲੰਡਰ ਵੀ ਛੱਡਣ ਆਉਣਗੇ ਆਉਣ ਵਾਲੇ ਸਮੇਂ 'ਚ। ਪਰ ਜਿੱਦਣ ਕੁਰਸੀ ਤੇ ਬਹਿ ਗਏ ਲੱਭਦਾ ਕੋਈ ਨਾ। ਪਿਛਲੇ 5 'ਚ ਲੱਭਿਆ, ਨਾ 15 'ਚ ਲੱਭਿਆ, ਨਾ 25 'ਚ ਲੱਭਿਆ, ਕੋਈ ਨਹੀਂ ਲੱਭਦਾ। ਹੁਣ ਬ੍ਰਹਮਾ ਜੀ ਹੁਣ ਤੇ ਕਈ ਗਏ ਖੁਸ਼ ਹੋ ਕੇ ਮੋਹ ਵਿੱਚ ਆ ਕੇ, ਕਹਿੰਦੇ ਠੀਕ ਹੈ ਤੈਨੂੰ ਇਹ ਵੀ ਦਿੱਤਾ, ਇਹ ਵੀ ਦਿੱਤਾ। ਪਰ ਦੇਵਤਿਆਂ ਨੇ ਸੋਚ ਲਿਆ ਜੀ ਤੋਂ ਮਦਦ ਲੈਣ ਗਏ ਸੀ, ਹੁਣ ਉਹਨਾਂ ਹੀ ਮਾਰਤਾ। ਆਖੋ ਸਤਿਨਾਮ। ਸ਼ਾਇਦ ਕਿਤੇ ਨਾ ਕਿਤੇ ਬਚ ਜਾਂਦੇ ਅਸੀਂ ਉਹਦੇ ਤਪ ਤੋਂ। ਬ੍ਰਹਮੇ ਦੇ ਵਰ ਦਿੱਤੇ, ਉਹਨਾਂ ਨੂੰ ਕੌਣ ਮੋੜੇਗਾ। ਵਰ ਦੁਰਲਭ ਤੈਂ ਜਾਚਨ ਕੀਨੋ, ਤਦਪ ਦਿਉ ਮੈਂ ਧੋ ਵੱਡ ਚੀਨੋ। ਸੋਚ ਸਮਝ ਕੇ ਬ੍ਰਹਮਾ ਜੀ ਕਹਿਣ ਲੱਗੇ, ਕਹਿੰਦੇ ਤੂੰ ਦੁਰਲਭ ਵਰ ਮੰਗ ਲਿਆ, ਇਹ ਮੈਨੂੰ ਔਖਾ ਸੀ ਦੇਣਾ, ਚੱਲ ਤੂੰ ਮੰਗਿਆ ਹੁਣ ਦੇ ਹੀ ਦੇਣਾ। ਕਿੰਨਾ ਸੌਖਾ ਕਹਿਣਾ ਹੁੰਦਾ ਵੀ ਚੱਲ ਤੂੰ ਮੰਗਿਆ ਲੈ ਜਾ, ਦੇਖੀ ਬਾਅਦ ਚੋਂ ਪਛਤਾਵਾ ਕਿਉਂ ਦਿੱਤਾ। ਹੁਣ ਬ੍ਰਹਮਾ ਜੀ ਨੂੰ ਇਹ ਗੱਲ ਹਜ਼ਮ ਨਾ ਹੋਈ, ਸਾਰੀਆਂ ਗੱਲਾਂ ਫਿੱਟ ਬਹਿ ਗਈਆਂ। ਕੋਈ ਨਹੀਂ ਮਰਦਾ ਨਾ ਸੀ, ਆਪਾਂ ਕੀ ਲੈਣਾ। ਉਹ ਕਹਿੰਦਾ ਵੀ ਮੇਰਾ ਰਾਜ ਹੋਵੇ ਸਾਰਿਆਂ ਤੇ, ਰਾਖਸ਼ਾਂ ਦਾ ਰਾਜ ਹੋਊਗਾ ਦੇਵਤਿਆਂ ਤੇ। ਫਿਰ ਦੇਵਤੇ ਕਿੱਥੇ ਹੋਣਗੇ? ਜੇਲ੍ਹ 'ਚ ਗੁਲਾਮ। ਪਰ ਹੁਣ ਬਚਨ ਕੀਤਾ ਹੋਇਆ ਸੀ, ਪਿੱਛੇ ਨਹੀਂ ਸੀ ਮੁੜ ਸਕਦੇ। ਬ੍ਰਹਮਾ ਜੀ ਨੇ ਇਹ ਵੀ ਕਹਿ ਦਿੱਤਾ ਵੀ ਤੇਰਾ ਰਾਜ ਤਿੰਨੇ ਸ੍ਰਿਸ਼ਟੀਆਂ ਤੇ ਹੋਵੇਗਾ। ਏਵ ਮਸਤਕੈ ਬ੍ਰਹਮਾ ਗਵਨ, ਪ੍ਰਾਪਤ ਭਇਓ ਆਪਣੇ ਭਵਨ। ਇੰਨੇ ਬਚਨ ਕਹਿ ਕੇ ਬ੍ਰਹਮਾ ਜੀ ਨਮਸਕਾਰ ਕਰਕੇ ਹਿਰਣਕਸ਼ਿਪ ਨੂੰ ਵਾਪਸ ਆ ਗਏ। ਹਿਰਣਕਸ਼ਿਪ ਨੇ ਨਮਸਕਾਰ ਕੀਤੀ, ਮੱਥਾ ਟੇਕਿਆ। ਬ੍ਰਹਮਾ ਕਰੀ ਗਏ, ਖੁਸ਼ ਹੋ ਗਿਆ ਵੀ ਜੋ ਚਾਹੀਦਾ ਸੀ ਮਿਲ ਗਿਆ। ਤੇ ਬ੍ਰਹਮਾ ਜੀ ਆਪਣੇ ਬ੍ਰਹਮਪੁਰੀ 'ਚ ਆ ਗਏ। ਹੁਣ ਨੀਂਦ ਨਹੀਂ ਆਉਂਦੀ ਵੀ ਬਾਕੀ ਦੇਵੀ ਦੇਵਤੇ ਮੇਰੇ ਕੋਲ ਆਏ ਸੀ ਬਚਣ ਵਾਸਤੇ ਵੀ ਸਾਨੂੰ ਬਚਾ ਲਓ। ਮੈਂ ਬਚਾਉਂਦਾ ਸਾਰੀ ਗੱਡੇ ਚੜ੍ਹਦੇ ਆ। ਇੱਕ ਸਮਾਂ ਐਸਾ ਆਊਗਾ ਇਹਨੇ ਸਾਰਿਆਂ ਨੂੰ ਵਕਤ ਪਾ ਦੇਣਾ, ਆਪਣੀ ਬ੍ਰਹਮਪੁਰੀ ਤੱਕ ਵੀ ਆਊਗਾ। ਇਹ ਕੀ ਹੈ? ਦੱਦਾ ਦੋਸ਼ ਨਾ ਦੇ ਰੂ ਕਿਸ ਹੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਜੋ ਮੈਂ ਕਰਨਾ ਉਹ ਮੈਂ ਹੀ ਵੱਢਣਾ ਹੈ, ਜੋ ਤੁਸੀਂ ਕਰੋਗੇ ਤੁਸੀਂ ਹੀ ਵੱਢਣਾ ਹੈ, ਕਿਸੇ ਹੋਰ ਨੇ ਨਹੀਂ। ਇਹ ਨਹੀਂ ਮੈਂ 4 ਦਿਨ ਮਾੜੇ ਕਰਮ ਕਰਕੇ ਤੇ 2 ਦਿਨ ਧਰਮ ਕਮਾ ਲੂੰਗਾ ਤੇ ਸ਼ਾਇਦ ਮੇਰੇ ਉਹ ਪਾਪ ਬਖਸ਼ੇ ਜਾਣਗੇ। ਕਦੇ ਵੀ ਨਹੀਂ ਹੁੰਦਾ, ਭੁਗਤਣੇ ਪੈਂਦੇ ਆ। ਕੀ ਧਰਮੀ ਲੋਕ ਬਿਮਾਰ ਨਹੀਂ ਹੁੰਦੇ? ਦੱਸੋ ਜੀ। ਜਿਨ੍ਹਾਂ ਨੂੰ ਦੁਨੀਆ ਬ੍ਰਹਮ ਗਿਆਨੀ ਕਹਿੰਦੀ, ਉਹਨਾਂ ਦੀ ਜਾਨ ਕਿੰਨੀ ਔਖੀ ਨਿਕਲਦੀ ਆ। ਹਸਪਤਾਲਾਂ 'ਚ ਜਾ ਕੇ ਦੁੱਖ ਨਹੀਂ ਭੋਗਦੇ? ਜਿਆਦਾ ਕਹਿ ਦਿਓ ਨਹੀਂ। ਹਾਂ, ਜੇ ਉਹ ਵਾਹਿਗੁਰੂ ਪ੍ਰਸੰਨ ਹੋ ਗਿਆ ਤੇ ਕੋਈ ਦੁੱਖ ਨੇੜੇ ਨਹੀਂ ਆਉਂਦਾ, ਕੋਈ ਦਲਿੱਦਰ ਨੇੜੇ ਨਹੀਂ ਆਉਂਦਾ, ਜਿਹਨੇ ਉਹਨੂੰ ਆਪਣਾ ਅੰਦਰੋਂ ਬਣਾ ਲਿਆ। ਜੇ ਕੋਈ ਸਾਡੇ ਵਰਗਾ ਏ ਫਿਰ ਉਹ ਇਹੋ ਜਿਹੀ ਜਿਵੇਂ ਦਾ ਪਹਿਲਾਂ ਸੀ, ਚੱਲੀ ਜਾਂਦਾ ਹੈ। ਬ੍ਰਹਮਾ ਜੀ ਆ ਕੇ ਬੈਠ ਗਏ। ਹਿਰਣਕਸ਼ਿਪ ਨੇ ਵਾਪਸ ਆ ਕੇ ਆਪਣੇ ਤਖਤ ਤੇ ਝੰਡਾ ਗੱਡ ਦਿੱਤਾ ਆਪਣੇ ਰਾਜ ਦਾ। ਹੁਣ ਤੇ ਪ੍ਰਕਾਸ਼ ਬੜਾ ਹੈ, ਪ੍ਰਭਾਵ ਬੜਾ ਹੈ, ਭਗਤੀ ਕਰਕੇ ਆਇਆ ਜੀ। ਚਿਹਰੇ ਤੇ ਲਾਲੀ ਹੈ, ਸੁਰਖ ਰੰਗ ਦਿਸਦਾ ਏ। ਕਹਿੰਦੇ ਜਿਹੜਾ ਵੀ ਦੇਖਦਾ ਮੱਥਾ ਟੇਕਦਾ, ਜੋ ਬਚਨ ਕਹਿ ਦਿੰਦਾ ਏ ਉਹ ਪੂਰਾ ਹੁੰਦਾ ਏ। ਹਿਰਣਕਸ਼ਪ ਜਬ ਅਸਬਰ ਪਾਵਾ, ਭਰਿਓ ਹਰਖ ਹਿਰਦੇ ਗਰਬਾਵਾ। ਉਸੇ ਪਰਬਤ ਤੇ ਖੜ ਕੇ ਖਿੜਖੜਾ ਕੇ ਹੱਸਿਆ। ਕਹਿੰਦੇ ਦਾ ਹਾਸਾ 3 ਲੋਕਾਂ ਤੱਕ ਗਿਆ। ਹਿਰਣਕਸ਼ਪ ਹੱਸਿਆ, ਹੰਕਾਰ ਗਿਆ। ਕਹਿੰਦਾ ਓਏ ਨਿਕਲ ਵਿਸ਼ਨੂੰ ਆ ਬਾਹਰ, ਕਿੱਥੇ ਆ? ਆਖੋ ਸਤਿਨਾਮ। ਜਦੋਂ ਵਿਸ਼ਨੂੰ ਨੂੰ ਉਹਨੇ ਦਹਾੜ ਮਾਰਤੀ, ਬਾਕੀ ਦੇਵਤੇ ਡਰ ਗਏ। ਕਹਿੰਦੇ ਅਜੇ ਤੇ ਇਹਨੇ ਰਾਜ ਕੀਤਾ ਨਹੀਂ ਤੇ ਹੁਣੇ ਧਮਕੀਆਂ ਦੇਣ ਲੱਗ ਗਿਆ। ਉਹਦੀ ਮਕਸਦ ਕੀ ਸੀ? ਉਹਦੀ ਮਨਸ਼ਾ ਕੀ ਸੀ?
ਮੈਂ ਪਰਸੋਂ ਵੀ ਬੇਨਤੀ ਕੀਤੀ, ਉਹਨੇ ਸੰਕਲਪ ਕਰਕੇ ਭਗਤੀ ਕੀਤੀ ਸੀ, ਸੰਕਲਪ ਪੂਰਾ ਹੋ ਗਿਆ, ਹੱਸਿਆ ਖੁਸ਼ ਹੋਇਆ, ਤਖਤ ਤੇ ਆ ਕੇ ਹੁਕਮ ਕੀਤਾ ਪਹਿਲਾਂ ਵਾਲੀ ਵੀ ਕਿਤੇ ਵਿਸ਼ਨੂੰ ਦਾ ਚੇਲਾ ਲੱਭ ਗਿਆ ਭੜਕਾ ਦੋ, ਮੁਸੀਬਤ ਬਣ ਗਈ। ਹੋਰ ਅੱਗੇ ਤੇ ਦੇਵਤੇ ਲੋਕ ਛਿਪ ਕੇ ਸਵਰਗਾਂ ਨੂੰ ਜਾ ਬੈਠੇ, ਮਾਤ ਲੋਕ ਛੱਡ ਗਏ ਸੀ, ਉਹ ਕਹਿੰਦੇ ਹੁਣ ਇਹ ਸਵਰਗ ਵੀ ਆਊਗਾ, ਸਤਨਾਮ ਕਿਤੇ ਇੱਥੇ ਵੀ ਪਹੁੰਚੂਗਾ। ਕਿ ਬ੍ਰਹਮਾ ਜੀ ਨੇ ਪਾਵਰਾਂ ਦੇਤੀਆਂ ਨਾ ਵੀ ਤੂੰ ਜੋ ਕਹੇਗਾ, ਉਹਨੂੰ ਡਰ ਨਹੀਂ ਕਿਸੇ ਦਾ। ਉਹ ਕਹਿੰਦਾ ਮੈਨੂੰ ਨਾ ਕੋਈ ਉੱਥੇ ਮਾਰੇ, ਨਾ ਕੋਈ ਇੱਥੇ ਮਾਰੇ, ਨਾ ਕੋਈ ਉੱਧਰ ਮਾਰੇ, ਮੈਨੂੰ ਕਿਹਨੇ ਮਾਰਨਾ? ਨਾ ਕੋਈ ਦੇਵਤਾ ਮਾਰ ਸਕਦਾ, ਨਾ ਕੋਈ ਬੰਦਾ ਮਾਰ ਸਕਦਾ, ਨਾ ਕੋਈ ਭੂਤ ਪ੍ਰੇਤ ਮਾਰ ਸਕਦਾ, ਨਾ ਅੰਦਰ ਮਾਰੇ ਨਾ ਬਾਹਰ ਮਾਰੇ, ਮੈਨੂੰ ਕਦੋਂ ਡਰ ਹੈ? ਪਰ ਬਾਣੀ ਇੱਕ ਗੱਲ ਕਹਿੰਦੀ ਹੈ, ਫਰੀਦਾ ਮਲਕਲ ਮੌਤ ਜਾਇਆ ਵਸੀ ਸਭ ਦਰਵਾਜੇ ਮਾਣ ਕਰਦਾ ਹੈ, ਜਿੱਦਣ ਆਉਣੀ ਉਸੇ ਦਿਨ ਆ ਜਾਣੀ, ਭਾਵੇਂ ਪਰ ਬ੍ਰਹਮੇ ਨੇ ਦਿੱਤਾ ਤੇ ਭਾਵੇਂ ਸ਼ਿਵ ਨੇ ਦਿੱਤਾ ਹੋਵੇ। ਹੰਕਾਰ ਗਿਆ, ਹੰਕਾਰ ਤੇ ਆਉਣਾ ਸੀ ਬਾਈ ਉਸ ਬੰਦੇ ਨੂੰ, ਸੁਭਾਵਿਕ ਗੱਲ ਹੈ। ਜਿਹਦੇ ਕੋਲ ਐਡੀਆਂ ਪਾਵਰਾਂ ਆ ਗਈਆਂ, ਹੁਣ ਜਿਹੜਾ ਤਿੰਨੇ ਲੋਕਾਂ ਤੇ ਰਾਜ ਕਰੇ, ਜਿਹਨੇ ਮਰਨਾ ਹੀ ਕਦੇ ਨਹੀਂ, ਹੰਕਾਰੂ ਨਹੀਂ ਉਹ। ਇਹ ਤੇ ਆਪਾਂ ਹਿਰਣਕਸ਼ਪ ਦੀ ਗੱਲ ਕਰਦੇ ਹਾਂ ਨਾ, ਇੱਥੇ ਤੇ ਬੰਦਾ 20 ਲੱਖ ਦੀ ਗੱਡੀ 'ਚ ਬਹਿ ਕੇ ਹੰਕਾਰਿਆ ਫਿਰਦਾ ਹੁੰਦਾ, ਉਹ ਸਾਈਕਲ ਵਾਲੇ ਨੂੰ ਕਹਿੰਦਾ ਪਰਾਂ ਮਰ ਥੱਲੇ ਨਾ ਜੀ, ਦੇਖਦੇ ਹੋ ਨਾ, ਤੇ ਉਹਦੀ ਰੀਸ ਕਿੱਥੇ ਕਰਨੋਗੇ? ਹਿਰਣਕਸ਼ਪ ਦਾ ਹੰਕਾਰ ਇੰਨਾ ਜ਼ਿਆਦਾ ਵੱਧ ਗਿਆ, ਉਹਨੂੰ ਡਰ ਹੀ ਨਹੀਂ ਕਿਸੇ ਦਾ, ਉਹ ਰੱਬ ਨੂੰ ਰੱਬ ਹੀ ਨਹੀਂ ਮੰਨਦਾ, ਕਹਿੰਦਾ ਕਿਹੜਾ ਰੱਬ? ਮੈਨੂੰ ਤੇ ਬ੍ਰਹਮੇ ਤੋਂ ਵੀ ਡਰ ਨਹੀਂ ਲੱਗਦਾ, ਸ਼ਿਵ ਤੋਂ ਵੀ ਨਹੀਂ ਲੱਗਦਾ, ਵਿਸ਼ਨੂੰ ਤੋਂ ਵੀ ਨਹੀਂ ਲੱਗਦਾ, ਕਿਉਂਕਿ ਬ੍ਰਹਮਾ ਜੀ ਆਪਣੇ ਬਚਨ ਤੋੜ ਹੀ ਨਹੀਂ ਸਕਦੇ। ਜ਼ੁਬਾਨ ਹੁੰਦੀ ਹੈ, ਇਸ ਲਈ ਉਹਨੇ ਅਤਿਆਚਾਰ ਸ਼ੁਰੂ ਕਰਤੇ, ਧਰਤੀ ਤੇ ਪਾਪ ਕਰਨ ਲੱਗ ਪਿਆ। ਸਿਮਰ ਭਰਾਤ ਬਦ ਭਰਿਓ ਕ੍ਰੋਧਾ, ਸ੍ਰੀ ਵਿਸ਼ਨ ਸੰਗ ਕੀਨ ਵਿਰੋਧਾ। ਜਦੋਂ ਇਹਦਾ ਰਾਜ ਚੱਲਿਆ, ਸੁਖੀ ਤੇ ਕਿਹਨੇ ਹੋਣਾ ਸੀ? ਰਾਖਸ਼ਾਂ ਦੇ ਰਾਜ 'ਚ ਕੌਣ ਸੁਖੀ ਆ? ਪਿਛਲੇ 10 ਸਾਲਾਂ ਤੋਂ ਰਾਖਸ਼ਾਂ ਦਾ ਹੀ ਰਾਜ ਹੈ, ਸੁਖੀ ਹੋਇਆ ਕੋਈ? ਕੱਲ ਕੀ ਹੋਇਆ ਰਾਖਸ਼ ਨਾਲ ਤੁਸੀਂ ਵੇਖਿਓ, ਕੀ ਕਹਿ ਗਿਆ ਜਾਂਦਾ ਹੋਇਆ ਪਤਾ ਨਾ। ਬਸ ਧੰਨ ਹੈ ਪੰਜਾਬ ਵਾਲੇ, ਹਰ ਕੰਮ 'ਚ ਡਾਂਗਾ ਖਾਣ ਅੱਗੇ ਆ ਜਾਂਦੇ, ਉਹ ਇਹਨਾਂ ਤੋਂ ਬਚੋ ਜਿੰਨਾ ਬਚ ਹੁੰਦਾ ਹੈ। ਇਹ ਤੇ ਉਹ ਸੱਪ ਨੇ ਹੰਕਾਰੇ ਵਿੱਚ ਵੀ ਜ਼ਹਿਰ ਰੱਖਦੇ, ਆਖੋ ਸਤਨਾਮ, ਉਹ 'ਚ ਵੀ ਜ਼ਹਿਰ। ਤੇ ਅਸੀਂ ਸ਼ੇਰ ਬਣੇ ਫਿਰਦੇ ਹਾਂ, ਓਏ ਅਸੀਂ ਮੋਦੀ ਮੋੜਤਾ ਫਲਾਣਾ ਕਰਤਾ, ਰੌਲਾ ਪਾਉਂਦੇ ਫਿਰਦੇ ਹਾਂ। ਨਾ ਕਰੋ ਇਹੋ ਜਿਹੀਆਂ ਗੱਲਾਂ, ਕੁਛ ਨਹੀਂ ਰੱਖਿਆ ਇਹਨਾਂ 'ਚ। ਇੰਟਰਨੈਸ਼ਨਲ ਪੱਧਰ ਤੇ ਜਿਹੜਾ ਤੁਹਾਨੂੰ ਅਵਾਰਡ ਕੱਲ੍ਹ ਦਾ ਮਿਲ ਰਿਹਾ ਨਾ, ਉਹ ਵੀ ਵੇਖ ਲਓ, ਇਹੀ ਚਾਹੁੰਦੇ ਆ ਅਗਲੇ ਵੀ ਪੰਜਾਬੀ ਕੀ ਨੇ, ਪੰਜਾਬੀਅਤ ਕੀ ਤੇ ਪੰਜਾਬ ਕੀ ਹੈ। ਥੋੜਾ ਜਿਹਾ ਧਿਆਨ ਰੱਖੀਏ, ਸਮਝੀਏ, ਹੋਛੇਪਣ ਤੋਂ ਬਾਹਰ ਆਈਏ। ਹੋਛਾ ਪਾਣੀ ਲੈ ਪੈਂਦਾ ਏ। ਇੱਧਰ ਹਰਨਾਕਸ਼ ਦਾ ਹਾਲ ਵੇਖ ਲਓ, ਇੰਨਾ ਹੰਕਾਰ ਗਿਆ। ਕਿਸੇ ਰਾਖਸ਼ ਨੇ ਇੱਕ ਦਿਨ ਯਾਦ ਕਰਾਤਾ, ਕਹਿੰਦੇ ਕੀ ਫਾਇਦਾ ਤੇਰਾ ਤਖਤ ਤੇ ਬਹਿਣ ਦਾ, ਤੂੰ ਮਕਸਦ ਰੱਖ ਕੇ ਗਿਆ ਸੀ ਭਗਤੀ ਕਰਨ, ਭਰਾ ਦਾ ਬਦਲਾ ਲੈਣਾ, ਉਹਨੂੰ ਆ ਗਿਆ ਯਾਦ। ਕਹਿੰਦਾ ਪਤਾ ਕਰੋ ਵਿਸ਼ਨੂੰ ਕਿੱਥੇ ਹੈ? ਕਹਿੰਦੇ ਸਵਰਗ ਲੋਕ, ਉੱਥੇ ਬੈਠਦੇ ਆ ਬਿਸ਼ਨਪੁਰੀ 'ਚ। ਪ੍ਰਣ ਕਰ ਲਿਆ, ਕਹਿੰਦਾ ਘੜੀਸ ਕੇ ਧਰਤੀ ਤੇ ਲੈ ਕੇ ਆਉਂ ਵਿਸ਼ਨੂੰ। ਤੇ ਹੁਣ ਜਦੋਂ ਗੱਲ ਵਿਸ਼ਨੂੰ ਤੱਕ ਗਈ, ਫੇਰ ਉਹਨੂੰ ਵੀ ਪੈ ਗਿਆ। ਆਪ ਤੋਂ ਛੋਟੇ ਤੋਂ ਕੌਣ ਡਰਦਾ ਹੈ? ਤੁਹਾਨੂੰ ਕੋਈ ਗਰੀਬੜਾ ਜਿਹਾ ਬੰਦਾ ਧਮਕੀ ਦੇਵੇ, ਤੁਸੀਂ ਪਰਵਾਹ ਨਹੀਂ ਕਰਦੇ। ਤੁਹਾਡੇ ਤੋਂ ਕੋਈ ਵੱਡਾ ਹੋਵੇ ਪਾਵਰ ਦਾ, ਕਹਿੰਦਾ ਤੈਨੂੰ ਦੇਖ ਲੂ, ਫਿਕਰ ਪੈ ਜਾਂਦਾ ਨਾ, ਵੱਡਾ ਯਾਰ ਕਰਾਮਾਤ ਆ ਇਹਦੇ ਕੋਲ, ਪਾਵਰ ਆ ਇਹਦੇ ਕੋਲ, ਕੁਝ ਵੀ ਕਰ ਸਕਦਾ ਏ। ਹੁਣ ਵਿਸ਼ਨੂੰ ਤੋਂ ਵੱਧ ਪਾਵਰਾਂ ਨੇ ਹਰਨਾਕਸ਼ ਕੋਲੇ ਐਵੇਂ ਥੋੜਾ ਮਿਲ ਗਈਆਂ, ਤਪ ਕਰਕੇ ਬੰਦਗੀ ਕਰਕੇ ਲਈਆਂ, ਬ੍ਰਹਮਾ ਜੀ ਨੇ ਦੇ ਦਿੱਤੀਆਂ, ਮਜਬੂਰ ਕਰਤੇ ਉਹਨੇ। ਧਰਤੀ ਤੇ ਭੁਚਾਲ ਆ ਗਏ ਸੀ, ਐਡਾ ਤਪ ਕਠਨ ਹੋਇਆ। ਯਾਦ ਆਇਆ, ਕਹਿੰਦਾ ਵਿਸ਼ਨੂੰ ਦੇ ਕੋਲੋਂ ਬਦਲਾ ਨਾ ਲਿਆ ਤੇ ਮੈਨੂੰ ਹਿਰਣਕਸ਼ਿਪ ਨਾ ਆਖੇ, ਮੈਂ ਦੈਂਤ ਨਹੀਂ ਆ, ਮੈਂ ਰਾਜਾ ਨਹੀਂ ਆ। ਪ੍ਰਣ ਕਰ ਲਿਆ। ਪ੍ਰਣ ਕਰਨ ਤੋਂ ਬਾਅਦ ਕਹਿੰਦੇ ਦੇਵਤੇ ਥਰ ਥਰ ਕੰਬਣ ਲੱਗੇ, ਸਵਰਗ ਲੋਕ ਨੂੰ ਫਿਕਰ ਪੈ ਗਿਆ। ਤੂਰਨ ਤੀਨ ਲੋਕ ਕੋ ਜੀਤਾ, ਪਨਗ ਨਰ ਸੁਰ ਭੇ ਪੈ ਪੀਤਾ। ਸਭ ਤੋਂ ਪਹਿਲਾਂ ਉਹਨੇ ਇਸ ਮਾਤ ਲੋਕ, ਇਸ ਧਰਤੀ ਨੂੰ ਜਿੱਤਿਆ ਸਾਰੀ, ਹਿਰਣਕਸ਼ਿਪ ਨੇ। ਫਿਰ ਚਲੇ ਗਿਆ ਪਤਾਲ ਲੋਕ, ਇੱਧਰੋਂ ਵੀ ਰਿਕਵਰੀ ਕਰ ਆਇਆ ਸਾਰੀ, ਆਪਣਾ ਆਪਣਾ ਹੁਕਮ ਚਲਾ ਗਿਆ। ਦੋਨੇ ਲੋਕ ਕਹਿੰਦੇ ਸਾਡਾ ਬਾਦਸ਼ਾਹ, ਸਾਡਾ ਰਾਜਾ, ਸਾਡਾ ਰੱਬ ਹਰਨਾਕਸ਼ ਹੈ। ਵੀ ਪਰਜਾ ਵਿਚਾਰੀ ਜਿਹਦੀ ਡਾਂਗ ਆ ਲੋਕੀ ਪਾਣੀ ਭਰਦੇ ਆ ਜੀ। ਚੱਲ ਪਿਆ ਸਵਰਗਾਂ ਨੂੰ, ਲਾਲੀ ਪੌੜੀ ਸਵਰਗ, ਤੇ ਸਵਰਗਾਂ ਦੇ ਦੇਵਤਿਆਂ ਨੂੰ ਪੈ ਗਿਆ ਫਿਕਰ।
ਹੁਣ ਭੱਜੇ ਕੌਣ, ਮਾਰੇ ਕੌਣ? ਹੁਣ ਦੇਵਤਿਆਂ ਨੇ ਸੋਚ ਲਿਆ ਇਹਨੂੰ ਮਾਰ ਹੀ ਨਹੀਂ ਸਕਦੇ, ਜੇ ਮਾਰਨ ਜਾਵਾਂਗੇ ਵੀ ਉਹਨੇ ਵਰ ਲਿਆ ਹੋਇਆ ਵੀ ਮੈਨੂੰ ਮਾਰ ਹੀ ਨਹੀਂ ਸਕਦਾ, ਨਾ ਦੇਵਤਾ ਨਾ ਬੰਦਾ ਨਾ ਰਾਖਸ਼। ਕੋਈ ਤੇ ਹੋਣਾ ਚਾਹੀਦਾ ਨਾ, ਸੋਰਸ ਹੀ ਨਹੀਂ ਸੀ ਕੋਈ। ਜਦੋਂ ਸਵਰਗਾਂ 'ਚ ਜਾ ਵੜਿਆ ਰਾਖਸ਼ਾਂ ਨੂੰ ਲੈ ਕੇ, ਕਹਿੰਦੇ ਜੀ ਰਾਖਸ਼ਾਂ ਨੇ ਮਾਰੇ ਦੇਵਤੇ, ਕੁੱਟਮਾਰ ਕੀਤੀ, ਕਿਸੇ ਨੂੰ ਨਹੀਂ ਬਖਸ਼ਿਆ। ਜਿਹਨੇ ਮੱਥਾ ਟੇਕਿਆ ਉਹਦੀ ਜਾਨ ਬਖਸ਼ ਦਿੱਤੀ ਹੈ। ਸੁਰਗ ਵਿਖੇ ਕੀਨੋ ਨਿਜ ਬਸ, ਅਨਕ ਭਾਂਤ ਕੇ ਕਰਤ ਬਿਲਸ। ਸਭ ਤੋਂ ਪਹਿਲਾਂ ਜਾ ਕੇ ਰਾਜੇ ਇੰਦਰ ਨੂੰ ਕਾਬੂ ਕਰ ਲਿਆ, ਜੇਲ੍ਹ 'ਚ ਸੁੱਟਤਾ, ਸਵਰਗਾਂ ਦਾ ਰਾਜਾ, ਤੇ ਆਪ ਬਹਿ ਗਿਆ ਤਖਤ ਤੇ ਜਾ ਕੇ ਹੁਕਮ ਚਲਾਤਾ। ਤੇ ਜਦੋਂ ਸਵਰਗਾਂ ਦਾ ਰਾਜਾ ਇੰਦਰ ਹੈ, ਤੇ ਬਾਕੀ ਕੀ ਲੱਗੇ? ਉਹੀ ਅੰਦਰ ਬੈਠਾ ਹੈ, ਤੇ ਬਾਕੀ ਦੇਵਤਿਆਂ ਨੂੰ ਕੌਣ ਪੁੱਛਦਾ ਹੈ? ਕਹਿੰਦੇ 9 ਕਰੋੜ ਦੁਰਗਾ ਵਰਗੀਆਂ ਦੇਵੀਆਂ ਕੋਈ ਨਹੀਂ ਲੱਭਦੀ। ਸਵਰਗਾਂ 'ਚ ਰਾਜ ਕਰ ਗਿਆ ਅਗਲਾ ਜੀ, ਰਾਜਾ ਤੇ ਰਾਜਾ ਹੀ ਹੈ। ਜਦੋਂ ਹਰਨਾਕਸ਼ ਨੇ ਜਾ ਕੇ ਤਖਤ ਢਾ ਲਿਆ ਆਪਣਾ, ਆਪਣੇ ਰਾਜ ਦਾ ਹੋਕਾ ਦੇਤਾ, ਤੇ ਹੁਣ ਦੇਵਤੇ ਪਾਣੀ ਭਰਦੇ ਫਿਰਦੇ, ਅੰਦਰੋਂ ਹਜਮ ਨਹੀਂ ਵੀ ਸਾਡੇ ਦੇਵਤਿਆਂ ਤੇ ਰਾਖਸ਼ ਰਾਜ ਕਿਉਂ ਕਰਦਾ ਹੈ। ਇਹ ਕਿਹਨੂੰ ਚੰਗਾ ਲੱਗਦਾ? ਪਰ ਕੀ ਕਰਨਾ, ਮਾਰਿਆ ਵੀ ਨਹੀਂ ਜਾ ਸਕਦਾ, ਕੱਢਿਆ ਵੀ ਨਹੀਂ ਜਾ ਸਕਦਾ, ਹਰਾਇਆ ਵੀ ਜਾ ਨਹੀਂ ਸਕਦਾ। ਸ਼ੀਰ ਫੇਨ ਸਮ ਸਹਿਜਤ ਹੇਵਾ, ਪਦ ਮਾਰਗ ਕੇ ਆਸਨ ਜਹੀਵਾ। ਕਹਿੰਦੇ ਐਸੀ ਹਾਲਤ ਸਵਰਗਾਂ ਦੀ ਕਰਤੀ, ਉਹ ਬੰਦੇ ਨੇ ਸਵਰਗ ਵੀ ਨਰਕ ਬਣਾਤਾ ਜਾ ਕੇ। ਆ ਕੀਤਾ ਉਹਨੇ, ਦੁੱਖ ਹੀ ਦੇਣਾ ਸੀ। ਮਾੜੇ ਵਿਚਾਰ ਸ਼ੁਰੂ ਕਰਦੇ, ਰਾਖਸ਼ਾਂ ਨੇ ਮਾੜੇ ਕਰਮ ਸਵਰਗਾਂ 'ਚ ਜਾ ਕੇ ਦੇਵੀਆਂ ਨੇ ਸ਼ੁਰੂ ਕਰ ਦਿੱਤੇ। ਕਿਸੇ ਦੀ ਪੱਤ ਨਹੀਂ ਛੱਡੀ, ਇੱਜ਼ਤ ਨਹੀਂ ਛੱਡੀ, ਹਾਹਾਕਾਰ ਮਚ ਗਈ। ਦੇਵਤੇ ਆਪਣੀ ਜ਼ਿੰਦਗੀ ਬਚਾਉਣ ਨੂੰ ਫਿਰਦੇ, ਕਿਤੇ ਸਾਨੂੰ ਮਾਰ ਨਾ ਦੇਵੇ, ਕਿਉਂਕਿ ਉਹਦੇ ਕੋਲ ਬਲ ਹੈ, ਉਹਦੇ ਕੋਲ ਜ਼ੋਰ ਹੈ। ਐਸੀ ਹਾਲਤ ਕਹਿੰਦੀ ਉਹਨੇ ਸਵਰਗ ਦੀ ਕਰ ਦਿੱਤੀ ਹੈ। ਸਵਰਗਾਂ ਦੇ ਦੇਵਤੇ ਧਰਤੀ ਤੇ ਛੁਪ ਛੁਪ ਕੇ ਟਾਈਮ ਪਾਸ ਕਰਦੇ ਆ। ਰਾਖਸ਼ਾਂ ਦਾ ਰਾਜ ਹੋ ਗਿਆ, ਰਾਜੇਂਦਰ ਦੇ ਤਖਤ ਤੇ ਹਰਨਾਕਸ਼ ਬਹਿ ਗਿਆ ਜੀ। ਇਸ ਧਰਤੀ ਤੇ ਵੀ ਰਾਜ ਹੈ, ਉੱਥੇ ਵੀ ਰਾਜ ਹੈ, ਪਤਾਲ ਲੋਕ ਤੇ ਵੀ ਰਾਜ ਹੈ। ਤੇ ਕਹਿੰਦੇ ਪਹਿਰੇਦਾਰ ਰਾਖਸ਼। ਹੁਣ ਰਾਖਸ਼ ਪਹਿਰੇਦਾਰ ਹੋਵੇ ਜੀ, ਮਾਸੂਮੀਅਤ ਕਿੱਥੋਂ ਆ ਗਈ? ਸ਼ਰੀਫ ਬੰਦੇ ਨੂੰ ਕੌਣ ਪੁੱਛੂਗਾ, ਜਿਹੜਾ ਹੈ ਹੀ ਵੱਢ ਖਾਣਾ। ਦੇਵੀ ਦੇਵਤਿਆਂ ਨੂੰ ਕੈਦ ਕਰਕੇ ਅੰਦਰ ਸੁੱਟ ਦਿੱਤਾ, ਅਪੱਛਰਾਵਾਂ ਦੇ ਨਾਲ ਬਦਸਲੂਕੀ ਕੀਤੀ ਗਈ। ਉਹ ਕਿਉਂ ਕਰਦਾ ਸੀ? ਵੀ ਇੱਕ ਦਿਨ ਤੇ ਆਊਗਾ ਨਾ ਵਿਸ਼ਨੂੰ ਬਚਾਉਣ ਵਾਸਤੇ ਇਹਨਾਂ ਨੂੰ, ਕਿ ਮੇਰੇ ਭਾਈਚਾਰੇ ਨਾਲ ਇਦਾਂ ਹੁੰਦਾ ਤੇ ਮੈਂ ਕਿੱਥੇ ਲੂਗਾ। ਵਿਸ਼ਨੂੰ ਨੂੰ ਮੰਨਿਆ ਜਾਂਦਾ ਪਾਲਕ। ਕਹਿੰਦੇ ਸ਼ਿਵ ਜੀ ਵੀ ਆਪਣੀ ਚੱਕੀ ਤੰਬੜੀ ਲਾਂਘੇ ਹਿਮਾਲਿਆ ਨੂੰ, ਕਹਿੰਦੇ ਆਪਾਂ ਕੀ ਲੈਣਾ ਨਾਮ। ਉਹ ਆਪਣੀ ਤਪੱਸਿਆ 'ਚ ਬੈਠੇ ਆਨੰਦ 'ਚ, ਕਹਿੰਦੇ ਜੋ ਹੋਊ ਵੇਖੀ ਜਾਊਗੀ, ਨਿਰੰਕਾਰ ਦੀ ਰਜਾ 'ਚ। ਬ੍ਰਹਮਾ ਜੀ ਬੈਠੇ ਵੇਖ ਰਹੇ ਆ, ਕੋਸਦੇ ਆਪਣੇ ਆਪ ਨੂੰ ਵੀ ਜਿਹਨੂੰ ਪੁੱਤ ਬਣਾ ਕੇ ਭੇਜਿਆ ਸੀ, ਹੁਣ ਤਾਂ ਨਹੀਂ ਮੰਨਦਾ ਮੇਰੀ। ਬਚਪਨ 'ਚ 15 ਸਾਲ ਤੱਕ ਹਰ ਪੁੱਤ ਆਪਣੇ ਪਿਓ ਦੀ ਇੱਜ਼ਤ ਕਰਦਾ। ਜਦੋਂ 18ਵਿਆਂ ਤੋਂ ਪੈਰ ਟੱਪਦੇ ਨਾ, ਮਾਪਿਆਂ ਦੇ ਲੱਛਣ ਵੇਖਣ ਲੱਗਦੇ ਵੀ ਮਾਂ ਕੀ ਬੋਲਦੀ ਤੇ ਪਿਓ ਕੀ ਬੋਲਦਾ ਹੈ। ਬਸ ਫਿਰ ਮਾਂ ਬਾਪ ਹੱਥ ਜੋੜੀ ਫਿਰਦੇ, ਪੁੱਤ ਘਰੇ ਆ ਜਾ, ਰੋਟੀ ਠੰਡੀ ਹੋ ਗਈ। ਕਹਿੰਦੇ ਬੇਬੇ ਆਪੀ ਖਾਇਆ ਨਹੀਂ, ਸੌਂ ਜਾਓ। ਤਰਲੇ ਕਰਦੇ ਫਿਰਦੇ ਆ। ਕਿਉਂ? ਉਹਨੂੰ ਘਰ ਤੋਂ ਹੀ ਇੰਨਾ ਪਿਆਰ ਮਿਲ ਗਿਆ, ਇੰਨਾ ਜ਼ਿਆਦਾ ਵਿਗੜ ਗਿਆ, ਹੁਣ ਉਹ ਕਿਸੇ ਨੂੰ ਕੁਛ ਨਹੀਂ ਮੰਨਦਾ। ਬ੍ਰਹਮਾ ਜੀ ਨੇ ਇੰਨਾ ਪਿਆਰ ਦੇਤਾ, ਐਡਾ ਵਰ ਦੇਤਾ, ਇੰਨੇ ਵਚਨ ਦੇਤੇ। ਹੁਣ ਬ੍ਰਹਮਾ ਜੇ ਉਹਨੂੰ ਆਖੇ ਵੀ ਨਾ ਕਰ, ਉਹਨੇ ਕਹਿਣਾ ਤੂੰ ਹੁੰਦਾ ਕੌਣ ਹੈ, ਤੂੰ ਹੀ ਤੇ ਗਿਆ ਸੀ, ਤੇਰਾ ਹੀ ਤੇ ਬੋਲ ਹੈ। ਤੇ ਬ੍ਰਹਮਾ ਜੀ ਦੀ ਅੱਖਾਂ 'ਚੋਂ ਪਾਣੀ। ਵਿਆਹ ਦਿਨ ਦੇਖਣੇ ਪੈਣੇ ਸੀ, ਦੇਖੋ ਇਹ ਤੇ ਪਤਾ ਸੀ ਇੱਕ ਖਤਰੇ ਤੋਂ ਟਲੇ ਵੀ ਵਿਸ਼ਨੂੰ ਬਚਾ ਲਾਂਗੇ। ਉਹ ਵਿਸ਼ਨੂੰ ਜੀ ਸਾਰਿਆਂ ਨੂੰ ਲੈ ਬੈਠੇ। ਸਵਰਗਾਂ ਦੇ ਵਿੱਚ ਐਸੀ ਹਾਲਤ ਬਣ ਗਈ, ਸਭ ਹਰਨਾਕਸ਼ ਹਰਨਾਕਸ਼ ਜਪਦੇ ਨੇ। ਮਰਕਟ ਮਨ ਭੂਰ ਚਿਤਰ ਸਹਾਈ, ਅਟਾ ਫਟਕ ਕੀ ਲਲਤ ਬਣਾਈ। ਪਰ ਆਨੰਦ ਲੈਂਦਾ ਸਵਰਗਾਂ ਦੇ ਵਿੱਚ। ਕਹਿੰਦੇ ਮਣੀਆਂ ਦੀਆਂ ਡੋਰਾਂ ਆਲੇ ਦਾਲੇ ਲੱਗੀਆਂ, ਮਖਮਲ ਦੇ ਬਿਸਤਰੇ ਨੇ, ਅਪੱਛਰਾਵਾਂ ਨਿਰਤ ਕਰਦੀਆਂ, ਉਹਨਾਂ ਦਾ ਕਰਮ ਹੀ ਹੈ। ਦੇਵਤਿਆਂ ਦੇ ਰਾਗੀ ਜਿਹੜੇ ਗੰਧਰਵ ਹੁੰਦੇ ਆ ਨਾ, ਗਾਉਣ ਵਾਲੇ, ਉਹ ਹੁਣ ਹਰਨਾਕਸ਼ ਹਰਨਾਕਸ਼ ਗਾਉਂਦੇ। ਕੋਈ ਨਹੀਂ ਬ੍ਰਹਮਾ ਬ੍ਰਹਮਾ ਜਪਦਾ, ਕੋਈ ਨਹੀਂ ਇੰਦਰ ਇੰਦਰ ਜਪਦਾ, ਰਾਜਾ ਇੰਦਰ ਸੁੱਟਿਆ ਹੋਇਆ। ਹਰਨਾਕਸ਼ ਬਹੁਤ ਖੁਸ਼ ਹੈ, ਖੁਸ਼। ਉਹਨੂੰ ਹੁਣ ਦੇਵਤੇ ਵੀ ਰਾਖਸ਼ੀ ਲੱਗਦੇ ਆ। ਸਤਨਾਮ ਵੀ ਆਪਣੀ ਫੋਰਸ ਹੈ, ਪਾਣੀ ਭਰਦੇ ਆਪਣਾ, ਆਪਣੀ ਪਰਜਾ, ਆਪਣੇ ਨਾਲ ਹੀ ਰਹਿਣਗੇ।
ਕਹਿੰਦੇ ਹਜ਼ਾਰਾਂ ਸਾਲਾਂ ਤੱਕ ਸਵਰਗਾਂ ਤੇ ਰਾਜ ਕਰਦਾ ਰਿਹਾ। ਬਿਦ ਬਚਤ ਤਨੇ ਬਿਤਨ ਮੁਕਤਨ ਕੀ ਝਾਲਰ ਬਿਦਨਨ। ਹੁਣ ਸਵਰਗ ਦੇ ਤਖਤ ਤੇ ਬਹਿੰਦਾ, ਵੱਡੇ ਵੱਡੇ ਉਹਦੇ ਉੱਤੇ ਝਾਲਰਾਂ ਲੱਗਦੀਆਂ, ਚੰਦੋਏ ਲੱਗਦੇ ਆ, ਦੇਵਤੇ ਹੱਥ ਜੋੜ ਕੇ ਖੜਦੇ ਪੁਕਾਰਾ ਕਰਦੇ ਆ, ਜੀ ਸਾਨੂੰ ਆਹ ਚਾਹੀਦਾ, ਲੈ ਜਾਓ ਭਾਈ। ਪਰ ਹੰਕਾਰਿਆ ਇੱਕੋ ਗੱਲ ਕਹਿੰਦਾ, ਕਹੋ ਜਲੇ ਹਰਨਾਕਸ਼ ਥਲੇ ਹਰਨਾਕਸ਼ ਹੈ ਵੀ ਹਰਨਾਕਸ਼ ਹੋਸੀ ਹਰਨਾਕਸ਼। ਕਹਿਣਾ ਪੈਂਦਾ ਮਾਈ ਬਾਪ, ਜਾਨ ਵੀ ਬਚਾਉਣੀ ਹੈ। ਕਹਿੰਦੇ ਦੇਵਤੇ ਉਸੇ ਨੂੰ ਸਾਰਾ ਕੁਝ ਮੰਨਦੇ, ਕਹਿੰਦੇ ਸਾਡਾ ਤੂੰ ਹੀ ਇੰਦਰ ਆ ਤੇ ਤੂੰ ਹੀ ਬ੍ਰਹਮਾ, ਸਤਨਾਮ ਸਭ ਕੁਝ ਤੂੰ। ਲੜ ਹੀ ਨਹੀਂ ਸਕਦੇ ਕਿਉਂਕਿ ਉਹ ਅੰਮ੍ਰਿਤ ਬਣ ਚੁੱਕੇ ਆ, ਮੌਤ ਤੋਂ ਰਹਿਤ ਹੋ ਗਿਆ। ਕੋਈ ਵੀ ਮੌਤ ਉਹਦਾ ਕੁਝ ਵਿਗਾੜ ਨਹੀਂ ਸਕਦੀ। ਬਿਦਰਮ ਮਨ ਜਟ ਬਨੀ ਸੁਪਾਨਾ ਥੰਬਨ ਛਬ ਨਹਿ ਜਾਤ ਬਖਾਨਾ। ਤੇ ਇੱਥੇ ਹਰਨਾਕਸ਼ ਨੇ ਮਾਨੀ ਮਨ ਸੋਚਿਆ ਵੀ ਸਵਰਗਾਂ 'ਚ ਤੇ ਮੌਜਾਂ ਬੜੀਆਂ, ਧਰਤੀ ਤੇ ਆਪਾਂ ਕੀ ਕਰਨ ਜਾਣਾ। ਪਰ ਰਾਖਸ਼ ਕਹਿੰਦੇ ਨਹੀਂ ਜੀ, ਉੱਥੇ ਵੀ ਜ਼ਰੂਰੀ ਹੈ। ਰਾਜ ਆਪਾਂ ਮਸਾਂ ਲਿਆ ਕਿਉਂਕਿ ਇੱਥੇ ਮੋਤੀਆਂ ਦੀਆਂ ਪੌੜੀਆਂ। ਸਵਰਗ ਦੀ ਦੁਨੀਆ ਇੱਕ ਅਲੌਕਿਕ ਦੁਨੀਆ ਹੈ, ਵੇਦਾਂ ਧਾਰਮਿਕ ਗ੍ਰੰਥਾਂ 'ਚ ਲਿਖੀ ਹੈ। ਐਸਾ ਨਹੀਂ ਵੀ ਹੈ ਨਹੀਂ, ਐਵੇਂ ਨਾ ਮਨਮੁਖਾਂ ਪਿੱਛੇ ਲੱਗ ਜਾਇਆ ਕਰੋ। ਗੁਰਬਾਣੀ ਨੇ ਜੇ ਸ਼ਬਦ ਲਿਖ ਦਿੱਤਾ ਨਾ, ਕਿਆ ਨਰਕ ਕਿਆ ਸੁਰਗ ਵਿਚਾਰਾ, ਵਿਚਾਰਾ ਸ਼ਬਦ ਲਿਖਿਆ, ਜੇ ਹੈਗੇ ਤਾਂ ਲਿਖਿਆ, ਐਵੇਂ ਨਹੀਂ। ਕੀ ਗੁਰਬਾਣੀ ਵਿੱਚ ਐਸੀਆਂ ਚੀਜ਼ਾਂ ਦਾ ਜ਼ਿਕਰ ਆ ਸਕਦਾ ਜੋ ਮਿਥਿਹਾਸ ਹੋਏਗਾ? ਕਦੇ ਵੀ ਨਹੀਂ। ਧੁਰ ਕੀ ਬਾਣੀ ਵਿੱਚ ਜਿਹੜੀ ਚੀਜ਼ ਦਾ ਜ਼ਿਕਰ ਆ ਉਹ ਸੱਤ ਹੈ, ਸਦਾ ਹੈ ਤੇ ਸਦਾ ਹੋਏਗੀ। ਅੱਜ ਸਾਡੀ ਸਾਇੰਸ ਮੰਨਦੀ ਹੈ ਨਾ ਵੀ ਏਲੀਅਨ ਹੈਗੇ ਆ। ਏਲੀਅਨ ਦਾ ਭਾਵ ਕੀ ਹੈ? ਪਰਗ੍ਰਹੀ। ਵੀ ਧਰਤੀ ਤੇ 140 ਵਾਰ UFO ਵੇਖੇ ਗਏ ਨੇ, ਅਨਆਇਡੈਂਟੀਫਾਈਡ ਆਬਜੈਕਟ। 140 ਘਟਨਾਵਾਂ ਐਸੀਆਂ ਹੋਈਆਂ ਜੋ ਕੈਮਰੇ ਵਿੱਚ 1975 ਤੋਂ 69 ਤੋਂ ਬਾਅਦ ਰਿਕਾਰਡ ਹੁੰਦੀਆਂ ਰਹੀਆਂ। ਜਿਹੜੀ ਵਿਗਿਆਨ ਕਹਿੰਦੀ ਰੱਬ ਨਹੀਂ ਹੈ, ਉਹ ਮੰਨਦੇ ਵੀ ਇਸ ਧਰਤੀ ਤੇ ਕੋਈ ਦੂਜੀ ਦੁਨੀਆ ਤੋਂ ਆ ਰਿਹਾ ਹੈ, ਕੋਈ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਹੈ, ਕੋਈ ਸਾਡੀ ਜਸੂਸੀ ਕਰ ਰਿਹਾ ਹੈ। ਇਹ ਤੇ ਸਭ ਨੇ ਮੰਨਿਆ ਨਾ। ਏਰੀਆ 51 ਕੀ ਆ ਅਮਰੀਕਾ ਦਾ, ਕਦੇ ਪੜ੍ਹ ਲਿਓ ਕੀ ਹੁੰਦਾ ਉੱਥੇ, ਕਿਉਂ ਅੱਜ ਤੱਕ ਉਹ ਗੂਗਲ ਮੈਪ ਤੇ ਨਹੀਂ ਆਇਆ, ਕਿਉਂ ਛੁਪਾਇਆ ਹੋਇਆ। ਮਤਲਬ ਕਿਤੇ ਨਾ ਕਿਤੇ ਮੰਨਿਆ ਜਾਂਦਾ ਵੀ ਪਰਗ੍ਰਹੀ ਲੋਕ ਹੈਗੇ ਆ, ਕਿਤੇ ਹੋਰ ਧਰਤੀ ਤੇ ਜੀਵਨ ਸੰਭਵ ਹੈ। ਅੱਜ ਜਿੰਨੀਆਂ ਰਿਸਰਚਾਂ ਕੀਤੀਆਂ ਜਾਂਦੀਆਂ, ਮੰਗਲ ਗ੍ਰਹਿ, ਸੈਟਰਨ ਗ੍ਰਹਿ, ਜੋ ਵੀ ਹੈ, ਕਾਹਦੇ ਲਈ ਆ ਵੀ? ਉਹਦਾ ਮਕਸਦ ਇੱਕੋ ਹੀ ਹੁੰਦਾ। ਜੇ ਰੋਵਰ ਭੇਜੇ ਉੱਤੇ ਮਿਸ਼ਨ ਤੇ ਇੰਨਾ ਕੁਝ ਕਰਦੇ ਆ, ਇੱਕੋ ਗੱਲ ਆ ਵੀ ਕਿਹੜੇ ਗ੍ਰਹਿ ਤੇ ਪਾਣੀ ਹੈ, ਮੰਗਲ ਗ੍ਰਹਿ ਤੇ ਲੋਕ ਰਹਿ ਸਕਦੇ ਆ ਕਿ ਨਹੀਂ ਰਹਿ ਸਕਦੇ, ਉੱਥੇ ਜੀਵਨ ਵਸਾਇਆ ਜਾ ਸਕਦਾ ਹੈ ਜਾਂ ਪਹਿਲਾਂ ਕੋਈ ਉੱਥੇ ਵਸਦਾ ਸੀ। ਲੱਭ ਰਹੇ ਆ ਕਿਤੇ ਨਾ ਕਿਤੇ। ਸਾਇੰਸ ਨੂੰ ਵੀ ਪਤਾ ਵੀ ਦੁਨੀਆ ਹੋਰ ਹੈਗੀ ਹੈ, ਅੱਖ ਨਾਲ ਨਹੀਂ ਵੇਖਦੀ, ਅਲੱਗ ਗੱਲ ਹੈ। ਬੜਾ ਕੁਛ ਐਸਾ ਧਰਤੀ ਤੇ ਜੋ ਅੱਖਾਂ ਨਾਲ ਨਹੀਂ ਦਿਸਦਾ। ਜਦੋਂ ਇਹ ਬਚਨ ਪ੍ਰਹਿਲਾਦ ਜੀ ਸੁਣਾ ਰਹੇ ਨੇ, ਕਹਿੰਦੇ ਮੇਰੇ ਪਿਤਾ ਨੇ ਸਵਰਗ ਦੇ ਸੁੱਖਾਂ ਨੂੰ ਸੁੱਖ ਮਾਣਿਆ, ਅੱਜ ਪਤਾ ਲੱਗਿਆ ਉਹ ਦੇਵਤੇ ਸਾਡੇ ਨਾਲ ਧੋਖਾ ਹੀ ਕਰਦੇ ਰਹੇ। ਸਾਨੂੰ ਦੇ ਕੇ ਨਰਕ ਦੀ ਦੁਨੀਆ ਤੇ ਆਪ ਸਵਰਗਾਂ 'ਚ ਮੌਜਾਂ ਮਾਣਦੇ, ਸਾਨੂੰ ਬੁਲਾ ਕੇ ਸ਼ਰਾਬਾਂ ਤੇ ਆਪ ਅੰਮ੍ਰਿਤ ਪੀ ਫਿਰਦੇ। ਹੁਣ ਵੇਖੋ ਜੀ, ਇੱਕ ਬੰਦਾ ਗੰਦੇ ਸ਼ਹਿਰ 'ਚੋਂ ਨਿਕਲ ਕੇ ਸੋਹਣੇ ਸ਼ਹਿਰ 'ਚ ਅੱਜ ਵਧੀਆ ਲੱਗਦਾ। ਤੁਹਾਨੂੰ ਕੈਨੇਡਾ ਅਮਰੀਕਾ ਕਿਉਂ ਚੰਗਾ ਲੱਗਦਾ? ਕਿਉਂਕਿ ਇੱਥੇ ਦੇ ਹਾਲਾਤਾਂ ਤੋਂ ਤੁਸੀਂ ਦੁਖੀ ਹੋ। ਸਵਰਗ ਲੱਗਦਾ ਨਾ ਅਮਰੀਕਾ, ਆਸਟ੍ਰੇਲੀਆ, ਇਸੇ ਲਈ ਲੱਗਦਾ ਨਾ ਵੀ ਯਾਰ ਉੱਥੇ ਸਫਾਈ ਬੜੀ ਆ, ਸਭ ਕੁਝ ਬੜਾ ਹੈ। ਜਿਹੜੇ ਉੱਥੇ ਰਹਿੰਦੇ ਆ, ਜਿਨ੍ਹਾਂ ਨੂੰ ਇੱਥੇ ਦੀ ਆਦਤ ਪੈ ਗਈ ਧੂੰਆਂ ਖਿੱਚਣ ਦੀ, ਪੋਲਿਊਸ਼ਨ ਦੀ, ਉਹ ਕਹਿੰਦੇ ਛੱਡ ਮਿੱਠੀ, ਜਿਹੜਾ ਨਰਕ ਹੈ ਇੱਧਰ ਹੀ ਠੀਕ ਆ, ਮੌਜ ਇੱਥੇ ਹੀ ਹੈ। ਉਹ ਹੈ ਜੋ ਹੋ ਜਾਂਦਾ। ਹੁਣ ਸਵਰਗ ਦਾ ਭੁੱਸ ਪੈ ਗਿਆ ਜੀ, ਸਵਰਗ 'ਚ ਰਹਿਣਾ ਪਸੰਦ ਲੱਗੇ। ਪਰ ਮੰਤਰੀ ਕਹਿੰਦੇ ਜਨਾਬ ਆਪਾਂ ਸਵਰਗਾਂ ਤੇ ਰਾਜ ਕਰਨੀ ਆਏ, ਚੱਲਦਾ ਰਹਿਣਾ ਏ, ਆਪਣਾ ਮਿਸ਼ਨ ਵਿਸ਼ਨੂੰ ਆਖੋ ਸਤਨਾਮ। ਫਿਰ ਯਾਦ ਆ ਜਾ ਕਰੇ, ਕਹਿੰਦਾ ਇਹ ਨਹੀਂ ਲੱਭਦਾ ਕਿਤੇ, ਲੱਭੋ ਸਾਰਾ ਸਵਰਗ, ਸਵਰਗ ਦੁਨੀਆ ਲੱਭੋ, ਵਿਸ਼ਨੂੰ ਦਾ ਟਿਕਾਣਾ ਕਿੱਥੇ ਹੈ ਉਹਦਾ ਪਤਾ ਕਰੋ। ਚੰਦ ਬਦਨ ਜੇ ਦੇਵ ਬਦੂਤੇ ਜਿਨ ਸਭ ਜਗ ਕੀ ਉਪਮਾ ਲੁੱਟੇ। ਜਿਹੜੀਆਂ ਦੇਵੀਆਂ ਨੇ ਜ਼ਮਾਨੇ 'ਚ ਉਪਮਾ ਲੁੱਟੀ ਸੀ ਨਾ, ਕਹਿੰਦੇ ਸੀ ਸਰਸਵਤੀ ਸੋਹਣੀ ਹੈ, ਫਲਾਣੀ ਦੇਵੀ ਸੋਹਣੀ ਹੈ, ਹੱਥ ਜੋੜੀ ਖੜੀਆਂ ਸੀ ਹਰਨਾਕਸ਼, ਤਾਂਡਵ ਕਰਦੀਆਂ ਸੀ, ਨੱਚ ਨੱਚ ਕੇ ਵਿਖਾਉਂਦੀਆਂ ਸੀ। ਬਾਲਕ ਹੈ, ਰਾਜਾ ਅਗਲਾ। ਉਹ ਰਾਜੇ ਮਹਾਰਾਜਿਆਂ ਦੇ ਜੀਵਨ ਐਸੇ ਹੀ ਹੁੰਦੇ। ਤੇ ਹੁਣ ਭਗਤੀ ਕਰਕੇ ਆ ਗਿਆ, ਹੰਕਾਰਿਆ ਫਿਰਦਾ ਹੈ, ਇਹ ਕਹਿੰਦਾ ਰੱਬ ਰੁੱਬ ਕੋਈ ਨਹੀਂ ਹੈ, ਬ੍ਰਹਮਾ ਮੇਰਾ ਕੀ ਕਰੂਗਾ। ਦੇਵਤੇ ਬ੍ਰਹਮੇ ਕੋਲ ਆਏ, ਕਹਿੰਦੇ ਬਾਬਾ ਜੀ ਕਰੋ ਕੁਛ। ਕਹਿੰਦਾ ਬਈ ਆਪਾਂ ਕੁਛ ਨਹੀਂ ਕਰ ਸਕਦੇ, ਮੈਂ ਕੀ ਕਰਾਂ, ਮੈਂ ਤੇ ਪੈਰ ਕੁਹਾੜਾ ਮਾਰ ਲਿਆ, ਮੈਂ ਆਪਣੇ ਬਚਨ ਆਪਣੀ ਪ੍ਰਤਿਗਿਆ ਵਾਪਸ ਕਿਵੇਂ ਲਵਾਂ। ਰੋਂਦੇ ਨੇ ਦੇਵਤੇ,
ਕਿਸੇ ਨਾ ਕਿਸੇ ਤਰੀਕੇ ਦੁਆਰਾ ਰਾਜੇਂਦਰ ਨੂੰ ਜੇਲ੍ਹ ਚੋਂ ਛੁਡਾਇਆ ਵੀ ਪਾਣੀ ਭਰੂ ਤੇਰਾ ਬਾਈ, ਬਾਬਾ ਤੂੰ ਹੀ ਹੋਈਂਦਾ। ਛੁਡਾ ਤੇ ਲਏ, ਪਰ ਦੇਵਤਿਆਂ ਦੀ ਜ਼ਿੰਦਗੀ ਗੁਲਾਮੀ ਦੀ ਕਾਹਦੀ ਜ਼ਿੰਦਗੀ ਹੁੰਦੀ ਹੈ। ਬਹੁਤ ਬੁਰੇ ਹਾਲ ਹਰਨਾਕਸ਼ ਨੇ ਕੀਤੇ, ਕੋਈ ਖੇਡ ਨਹੀਂ ਹੈ। ਬਾਣੀ ਦੀ ਇੱਕ ਇੱਕ ਪੰਗਤੀ ਆਪਾਂ ਇੰਨਾ ਪੜਿਆ ਨਾ, ਹਰਨਾਕਸ਼ ਦੁਸ਼ਟ ਹਰ ਮਾਰਿਆ। ਕਿਉਂ ਮਾਰਿਆ ਵੀ ਹਰ ਰੱਬ ਨੇ ਕਿਉਂ ਮਾਰਿਆ? ਇੱਕ ਪੰਗਤੀ ਦੇ ਉੱਤੇ ਆ ਕਥਾ ਚੱਲ ਰਹੀ ਹੈ ਪਿਛਲੇ 3 ਦਿਨਾਂ ਦੀ, ਕੀ ਕੁਝ ਉਹਨੇ ਕੀਤਾ, ਕਿਉਂ ਮਾਰਿਆ, ਉਹ ਸਾਰਾ ਕੁਝ ਹਜੇ ਅੱਗੇ ਜਾ ਕੇ ਆਉਣਾ ਹੈ। ਇਹ ਸੋਚੋ ਵੀ ਗੁਰਬਾਣੀ ਦੀ ਇੱਕ ਇੱਕ ਲਾਈਨ, ਇੱਕ ਇੱਕ ਪੰਗਤੀ ਕਿੱਡਾ ਕਿੱਡਾ ਸਮੁੰਦਰ ਸਮੋ ਕੇ ਰੱਖਦੀ ਹੈ। ਸਤਿਗੁਰੂ ਕਹਿੰਦੇ ਆ, ਰੂਵੈ ਜਨਮੇਜਾ ਖੋਏ ਗਿਆ। ਰਾਜਾ ਜਨਮੇਜਾ ਖੋ ਗਿਆ, ਲੱਭੋ ਕਿੱਥੋਂ ਲੱਭੋਗੇ? ਦਸਮ ਗ੍ਰੰਥ ਪੜ੍ਹਨਾ ਪੈਣਾ ਹੈ। ਰਾਜਾ ਜਨਮੇਜਾ ਕੌਣ ਸੀ, ਕੀ ਹੋਇਆ, ਕਿਵੇਂ ਹੋਇਆ? ਹੁਣ ਆਊ ਬਚਨ, ਬਾਲੀ ਰੋਵੈ ਨਾਏ ਪਤਾਰ। ਬਾਲੀ ਕਿਉਂ ਰੋਂਦਾ ਸੀ? ਸੁਗਰੀਵ ਨੇ ਕੀ ਉਹਦੇ ਨਾਲ ਕੀਤਾ? ਰਾਵਣ ਦੀ ਗੱਲ ਆਈ, ਭੀਖਣ ਦੀ ਗੱਲ ਆਈ, ਹਨੂਮਾਨ ਦੀ ਗੱਲ ਆਈ, ਦੱਸਣਾ ਪੈਣਾ, ਲੱਭਣਾ ਪੈਣਾ, ਖੋਜਣਾ ਪੈਣਾ ਏ। ਭੀਮ ਨੇ ਕੀ ਕੀਤਾ? ਕੈਰਵਾਂ ਨਾਲ ਕੀ ਹੋਇਆ? ਬਚਨ ਆਉਂਦੇ ਆ ਨਾ, ਮੇਰੀ ਮੇਰੀ ਕੈਰੋਂ ਕਰਤੇ ਦੁਰਜੋਧਨ ਥੇ ਭਾਈ, 12 ਜੋਜਨ ਛਤਰ ਝੁਲੇਤਾ ਦੇਹੀ ਕੇ ਜਨਾ ਖਾਈ। ਹੁਣ ਉਹ ਛਤਰ ਕਿਹੜੇ ਸੀ? ਗਿਰਜਾ ਨੇ ਦੇ ਕਿਉਂ ਨਾ ਖਾਧੀ? ਇੱਕ ਪੰਗਤੀ ਹੈ, ਅਰਥ ਕਿੱਡੀ ਦੂਰ ਲੈ ਗਈ ਪ੍ਰਸੰਗਾਂ ਤੇ। ਇਹ ਤੇ ਮਹਾਰਾਜ ਨੇ ਕਿਰਪਾ ਕੀਤੀ ਹੈ, ਪ੍ਰਸੰਗ ਚੱਲਦਾ ਹੈ, ਕਮ ਸੇ ਕਮ ਸਾਨੂੰ ਇਹਨਾਂ ਦੇ ਬਤਾਵੇ ਰਹਿਰਾਸ ਸਾਹਿਬ ਰੋਜ਼ ਪੜ੍ਹਦੇ ਆ ਵੀ ਉਸ ਦੁਸ਼ਟ ਨੂੰ ਕਿਉਂ ਮਾਰਿਆ ਸੀ, ਇਹ ਤੇ ਸਾਨੂੰ ਪਤਾ ਹੈ। ਪਰ ਉਹਨੂੰ ਮਾਰਨ ਤੋਂ ਪਹਿਲਾਂ ਐਡੀ ਵੱਡੀ ਰੱਬ ਦੀ ਕਿਹੜੀ ਮਜਬੂਰੀ ਬਣ ਗਈ ਵੀ ਆਪ ਹੀ ਆਉਣਾ ਪਿਆ। ਸੁਣਦਾ ਹੀ ਹੋ ਤੁਸੀਂ। ਕੱਲ ਦੇ ਪਰਸੋਂ ਦੇ ਦੀਵਾਨਾਂ 'ਚ ਆਨੰਦ ਮਾਣਾਂਗੇ। ਵਾਹਿਗੁਰੂ ਵਾਹਿਗੁਰੂ।